अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहिगुरु जीओ गौड़ी महला पंजवां। जाको अपनी कृपा तारै सो जन रसना ना उचारै। जाको अपनी कृपा तारै सो जन रसना ना उचारै। हर बिसरत सहसा दुख व्यापै सिमरत नाम परम भव पागै। राव हर कीर्तन सुनै हर कीर्तन गावै तिस जन दुख निकट नहीं आवै। हर की टहल करत जन सो है ताको माया अगन न पोहै। मन तन मुख हर नाम दयाल नानक तजियले अवर जंजाल। मन तन मुख हर नाम दयाल नानक तजियले अवर जंजाल। वाहिगुरु 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 वाहिगुरु। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। ਪਿੱਛੋਂ ਆਉਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 703 ਅੰਕ ਦਾ ਮੇਰੇ ਖਿਆਲ ਲਾਸਟ ਸ਼ਬਦ ਹੈ। ਮੰਨ ਰਹੇ ਸੱਚ ਅਗ ਹੋ ਵਿਚਾਰਾ। ਮੇਰੇ ਕੋਲ ਇੱਕ ਕੁਐਸਚਨ ਹੈ ਬਿਫੋਰ ਵੀ ਸਟਾਰਟ ਦਿਸ। ਪਿਛਲੇ ਸ਼ਬਦ 'ਚ ਅਸੀਂ ਸੀ ਕਿ ਅਬੈਦਾਨ ਸੀ ਤੇ ਇੱਕ ਹੋਰ ਸੀ ਰਾਈਟ ਕਿ ਮਰਬੈ 1 ਮਿੰਟ ਪੈ ਮਰਬੇ ਕੋ ਬਿਸਤ ਨਾਹਿਨ। ਤੋ ਜਿਹੜਾ ਅਬੈਦਾਨ ਹੈ ਇਹ ਮਤਲਬ ਮੈਨੂੰ ਕਿਹੜਾ ਡਰ ਹੈ? ਮੈਨੂੰ ਕਿਸ ਡਰ ਤੋਂ ਇਹ ਦਾਨ ਚਾਹੀਦਾ ਹੈ ਕਿ ਮੈਨੂੰ ਡਰ ਨਾ ਲੱਗੇ? ਮਤਲਬ ਸੁਣ ਤੁਹਾਨੂੰ ਕਿਹਦਾ ਡਰ ਹੈ? ਤਾਂ ਜਿਸ ਤਰ੍ਹਾਂ ਇੱਥੇ ਲਿਖਿਆ ਹੈ ਕਿ ਜਿਸ ਤਰ੍ਹਾਂ ਕਿ ਮੌਤ ਦਾ ਡਰ ਹੁੰਦਾ ਹੈ, ਬਟ ਆਈ ਡੋਂਟ ਥਿੰਕ ਕਿ ਮੈਨੂੰ ਮੌਤ ਦਾ ਡਰ ਹੈ। ਮੈਂ ਤੇ 6 ਮਹੀਨੇ 2 ਸਾਲ ਆਲਰੇਡੀ ਪਲੈਨਿੰਗ ਕੀਤੀ ਦੀ ਹੈ ਰਾਈਟ। ਆਈ ਡੋਂਟ ਹੈਵ ਮੌਤ ਦਾ ਡਰ। ਈਵਨ ਗੁਰੂ ਤੇਗ ਬਹਾਦਰ ਜੀ ਹੀ ਇੱਕ ਹੋਰ ਸ਼ਬਦ ਵੀ ਬੋਲਦੇ ਨੇ ਕਿ ਝੂਠਾ ਲਾਲਚ ਲਾ ਕੇ ਨਹਿ ਮਰਨ ਪਛਾਣਾ, ਕਿ ਮੈਂ ਮਰਨ ਦਾ ਆਈਡੀਆ ਆਪਣੇ ਦਿਮਾਗ ਤੋਂ ਹਟਾ ਛੱਡੇਦਾ। ਤੇ ਫਿਰ ਇੱਥੇ ਮੈਨੂੰ ਅਬੈਦਾਨ ਕਿਸ ਡਰ ਤੋਂ ਦਾਨ ਚਾਹੀਦਾ ਕਿ ਮੈਨੂੰ ਨਾ ਡਰਾਂ? ਉਹ ਮੈਨੂੰ ਸਮਝ ਨਹੀਂ ਆਇਆ। ਹਾਂ ਨਹੀਂ, ਤੁਸੀਂ ਪਹਿਲੇ ਆਪਣੇ ਆਪ ਨੂੰ ਪੁੱਛੋਗੇ ਨਾ ਕਿ ਮੈਨੂੰ ਕਿਹੜਾ ਡਰ ਹੈ। ਦੇਖੋ ਆਸਪੈਕਟ ਕਿੱਦਾਂ ਐਨਾਲਿਸਿਸ ਕਰਾਂਗਾ ਕਿ ਕਿਹੜੇ ਆਸਪੈਕਟ ਤੋਂ ਮੈਂ ਡਰਦਾ। ਸਭ ਤੋਂ ਪਹਿਲੇ ਪਰਸਨਲੀ ਮੈਨੂੰ ਕੀ ਡਰ ਹੈ? ਮੌਤ ਦਾ ਡਰ ਤੇ ਪਾਸੇ ਹੋ ਗਿਆ, ਉਹ ਤੇ ਜਿਹਨੇ ਆਣਾ ਉਹ ਚਲੇ ਜਾਣਾ। ਹੋਰ ਕੀ ਡਰ ਹੈ ਮੈਨੂੰ? ਕਿਧਰੇ ਨਾ ਕਿਧਰੇ ਬੈਕ ਆਫ ਦੀ ਮਾਈਂਡ ਪਹਿਲੇ ਤੇ ਮੈਨੂੰ ਮੈਟੀਰੀਅਲਿਜ਼ਮ ਦਾ ਡਰ ਸਭ ਤੋਂ ਪਹਿਲਾਂ ਹੁੰਦਾ। ਮੇਰੇ ਕੋਲ ਅੱਜ ਇਹ ਅਸਾਇਸ਼ ਹੈਗੀਆਂ ਨੇ, ਇਹ ਲਗਜ਼ਰੀ ਹੈਗੀ ਹੈ, ਭਾਵੇਂ 1% ਹੈ ਭਾਵੇਂ 90% ਹੈ, ਲਗਜ਼ਰੀ ਹੈ ਲਗਜ਼ਰੀ। ਹਾਂ ਕਿਧਰੇ ਇਹ ਨਾ ਚਲੀ ਜਾਏ, ਜੇ ਇਹ ਚਲੀ ਗਈ ਮੈਂ ਔਨ ਦਾ ਰੋਡਸ ਹੋ ਗਿਆ ਫਿਰ ਮੈਂ ਕੀ ਕਰਾਂਗਾ? ਅੱਛਾ ਉੱਥੋਂ ਬਚਦਾ ਮੈਂ ਕਹਿੰਦਾ ਨਹੀਂ ਮੇਰਾ ਰੱਬ ਹੈਗਾ, ਕਿਉਂ ਜਾਵਾਂਗਾ ਐਵਰੀ ਟਾਈਮ ਰਾਈਟ। ਫਿਰ ਮੈਂ ਕਹਿੰਦਾ ਮੈਨੂੰ ਜੇ ਕਿਧਰੇ ਕਰੋਨਾ ਹੋ ਗਿਆ ਤੇ ਅੱਜ ਕੱਲ ਰਾਈਟ। ਉੱਥੋਂ ਹਟਦਾ ਫਿਰ ਮੇਰੀ ਫੈਮਿਲੀ ਆ ਜਾਂਦੀ ਹੈ, ਪਰਸਨਲ ਫੈਮਿਲੀ
extended family/extended family, ਤੇ then society, then community। ਇਹ ਚਾਰ ਪੱਖਾਂ ਤੋਂ ਮੈਂ ਦੇਖਣਾ ਕਿ ਮੈਨੂੰ ਕਿਹੜਾ ਕਿਹੜਾ ਡਰ ਹੈ, ਰਾਈਟ। ਤੇ ਇਹ ਸਾਰੇ ਡਰਾਂ ਨੇ ਮੇਰਾ ਜੀ ਜਿਹੜਾ ਮਲੀਨ ਕੀਤਾ ਹੋਇਆ ਹੈ ਨਾ, ਤੇ ਮੈਂ ਆਪਣੇ ਜੀ ਨੂੰ ਸੈਸੇ ਜੀਵ ਮਲੀਨ ਆ। ਤੇ ਮੈਂ ਇਹਨੂੰ ਹੁਣ ਜਦੋਂ ਮੈਂ ਕਹਿੰਦਾ ਕਿ ਅਭੈਦਾਨ, ਤੇ ਇਹ ਜਿਹੜਾ ਜਦੋਂ ਬੱਚਾ ਖੜਾ ਹੁੰਦਾ ਹੈ, ਮਨੋਵਿਗਿਆਨੀ ਕਹਿੰਦੇ ਨੇ ਜਦੋਂ ਕਰੋਲਿੰਗ ਤੋਂ ਖੜਾ ਹੁੰਦਾ ਹੈ ਤੇ ਉਹ ਤੁਰਦਾ ਇਸੇ ਕਰਕੇ ਨਹੀਂ ਹੈ ਕਿ ਉਹਨੂੰ ਇਹ ਡਰ ਹੁੰਦਾ ਕਿ ਮੈਂ ਮਰ ਜਾਵਾਂਗਾ, ਉਹ ਟਰਾਂਸਲੇਟ ਨਹੀਂ ਕਰ ਸਕਦਾ। ਪਰ ਮੌਤ ਦਾ ਡਰ ਸਾਡੇ ਅੰਦਰ ਸਾਰਿਆਂ ਤੋਂ ਪਹਿਲੇ ਹੈ ਜ਼ਿੰਦਗੀ, ਇਸੇ ਕਰਕੇ ਬੱਚਾ ਤੁਰਦਾ ਨਹੀਂ ਹੈ। ਤੇ ਉਹ ਅਸੀਂ ਉਹਨੂੰ ਕਹਿੰਦੇ ਆ, ਅਸੀਂ ਉਹਨੂੰ ਵੀ ਟਾਕਡ ਅਬਾਊਟ ਇਟ, ਕਿ ਅਸੀਂ ਉਹਨੂੰ ਲਾਲਚ ਦਿੰਨੇ ਆ, ਅਟਰੈਕਸ਼ਨਸ ਦਿੰਨੇ ਆ, ਡਿਸਟਰੈਕਸ਼ਨ ਦਿੰਨੇ ਆ ਉਹਦੇ ਥਾਟ ਤੋਂ, ਤੇ ਉਹ ਤੁਰਦਾ ਹੈ। ਤੇ ਉਹਨੂੰ ਇਹ ਯਕੀਨ ਨਹੀਂ ਹੁੰਦਾ ਕਿ ਮੈਨੂੰ ਵੱਡਾ ਮੇਰਾ ਪਿਓ ਜਾਂ ਮੇਰੀ ਮਾਂ ਜਾਂ ਮੇਰਾ ਕੋਈ ਵੱਡਾ ਕਹਿ ਰਿਹਾ ਕਿ ਤੂੰ ਆ ਜਾ ਕਦਮ ਪੱਟ ਕੇ, ਤੇ ਮੈਂ ਜੇ ਜਾਵਾਂਗਾ ਤੇ ਮੈਂ ਡਿੱਗਾਂਗਾ ਨਹੀਂ, ਇਹ ਮੈਨੂੰ ਫੜ ਲਏਗਾ। ਐਂਡ ਦੈਟ ਹੈਪਨਸ, ਅਸੀਂ ਉਹਨੂੰ ਡਿਸਟਰੈਕਸ਼ਨ ਕਰ ਦਿੰਨੇ ਆ, ਉਹ ਉਸ ਥਾਟ ਨੂੰ ਓਵਰਕਮ ਕਰ ਲੈਂਦਾ ਸਮਹਾਉ ਔਰ ਦੀ ਅਦਰ, ਤੇ ਉਹ 2-4 ਕਦਮ ਪੱਟਦਾ, ਡਿੱਗਣ ਲੱਗਦਾ, ਅਸੀਂ ਉਹਨੂੰ ਫੜ ਲੈਂਦੇ ਆ। ਉਹਨੂੰ ਇਹ ਯਕੀਨ ਹੋ ਜਾਂਦਾ ਜੇ ਮੈਂ ਡਿੱਗਾਂਗਾ ਇਹ ਫੜ ਲਏਗਾ, ਦੂਜੀ ਵਾਰੀ ਉਹ ਤੁਰ ਪੈਂਦਾ, ਰਾਈਟ। ਸੋ ਮੌਤ ਨਿਰੀ ਮੌਤ ਨਹੀਂ ਹੈ। ਮੈਂ ਜਿਹੜੇ ਵੀ ਆਪਣੇ ਡੋਮੇਨ 'ਚ ਹੈਗਾ ਉੱਥੋਂ ਬਾਹਰ ਜਾਣਾ ਮੇਰੇ ਲਈ ਮੌਤ ਹੈ, ਰਾਈਟ। ਸੋ ਅਭੈਦਾਨ, ਹਰ ਉਹ ਚੀਜ਼ ਜਿੱਥੇ ਮੈਂ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰਦਾ, ਜਿਹਨੂੰ ਅਸੀਂ ਕਹਿੰਦੇ ਆ ਸ਼ਰਨੀ ਆਇਓ ਨਾਥ ਨੇ ਦਾ। ਰੱਬ ਜੀ ਦੀ ਸ਼ਰਨ ਕਿਹੜੀ ਹੈ? ਜਿੱਥੇ ਮੈਂ ਆਪਣੀਆਂ ਸਾਰੀਆਂ ਸੋਚਾਂ ਤੋਂ ਲੰਬੇ ਹੋ ਜਾ, ਉਹਨਾਂ ਨੂੰ ਸਬਜੂਗੇਟ ਕਰ ਲਾਂ, one reason or the other. This is how I think. ਹਾਂਜੀ ਪਰਮਜੀਤ ਜੀ। ਜਦ ਮੈਂ ਦੇਖ ਰਹੀ ਸੀ ਅਭੈਦਾਨ, ਮਤਲਬ ਇੱਕਦਮ ਹੀ ਨਿਡਰ ਬਣ ਜਾਣਾ, ਹੋਰ ਕੋਈ ਮਤਲਬ ਨਿਰਭਉ ਬਣ ਜਾਣਾ, ਨਿਡਰ, be fearless. ਨਿਡਰ is something different. ਨਿਡਰ, and ਇਹਦੇ ਚ ਲਫ਼ਜ਼ ਸਾਨੂੰ we have to grow for the proper word. ਇਹ ਬੜਾ ਨਿਡਰ ਹੈ, ਬਿੰਦਾਸ, ਉਹਦੇ ਵਿੱਚ ਕੇਅਰਲੈਸਨੈਸ ਥੋੜੀ ਜਿਹੀ ਆ ਜਾਂਦੀ ਹੈ, ਕਈ ਵਾਰੀ ਕੇਅਰ ਫਰੀਨੈਸ ਆ ਜਾਂਦੀ ਹੈ। ਇਹ ਜਿਹੜੀ ਹੈ, ਅਸੀਂ ਜਦੋਂ ਨਿਰਭਉ ਹੈ ਨਾ ਜਿਹੜਾ, ਇਹ ਰੱਬ ਦੇ ਉਹਦੇ ਚ ਪਾਤਸ਼ਾਹ ਕਹਿੰਦੇ ਨੇ ਇੱਕ ਥਾਂ ਤੇ, ਨਿਰਭਉ ਸੰਗ ਤੁਮਾਰੇ ਬਸਤੇ, ਬਸਤਾ ਕੇ ਬਸਤੇ। ਇਹ ਡਰਨ ਕਹਾਂ ਤੇ ਆਇਆ? ਇੱਕ। ਦੂਜੀ ਥਾਂ ਤੇ ਕਹਿੰਦੇ ਨੇ ਭਉ ਤੋਂ ਆਉਂਦਾ ਜਿੰਨਾ ਭਉ ਤਿੰਨ ਨਾਹੇ ਭਉ, ਮੁੱਚ ਭਉ ਪਲੇ ਵਰਡਸ ਹੈ, ਮੁੱਚ ਭਉ ਨੇ ਭਵਿਆਂ। ਜਿਹਨਾਂ ਨੂੰ ਰੱਬ ਜੀ ਦਾ ਡਰ ਹੈ ਉਹਨਾਂ ਨੂੰ ਹੋਰ ਕੋਈ ਡਰ ਨਹੀਂ ਹੈ। ਹੁਣ ਇਹ ਕਹਿਣਾ ਕਿ ਕੋਈ ਹੋਰ ਡਰ ਨਹੀਂ ਹੈ ਤੇ ਇਹ ਕਹਿਣਾ ਕਿ ਉਹ ਨਿਡਰ ਹੋ ਗਏ ਨੇ, little, I'll be very sensitive to use that word. I can say that, but I have to be very firm ਕਿ ਮੈਂ ਨਿਡਰ ਤੇਰੇ ਕਰਕੇ ਹੋ ਰਿਹਾ, ਆਪਣੇ ਅੰਦਰ ਹੈ ਨਾ। ਫੀਲਿੰਗ ਜਿਹੜੀ ਹੈ ਮੇਰੀ, it should be connected with him, his presence. I am nidar, fearless because of your presence, because of your blessings. ਉਹੀ ਤਾਂ ਦਾਨ ਮੰਗ ਰਹੇ ਨਾ, ਅਭੈ ਦਾਨ। ਹਾਂਜੀ, ਉਹੀ ਦਾਨ ਮੰਗ ਰਹੇ। ਹਾਂਜੀ, ਠੀਕ। I mean, we don't want to be out of our comfort zone. So ਆਪਣੀ ਡਰ ਦਾ ਨਹੀਂ ਕਿ ਵੀ ਜੇ ਮੈਨੂੰ ਕੁਝ ਹੋ ਗਿਆ ਤੇ ਮੇਰੀ ਫੈਮਿਲੀ ਨੂੰ ਕੀ ਹੋਏਗਾ,
That's what we think about. ਮੇਰੇ ਬੱਚਿਆਂ ਨੂੰ ਕੌਣ ਦੇਖੇਗਾ ਮੇਰੇ always those are the ਡਰ ਆਪਣੀ ਮੌਤ ਦਾ ਤੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ when you're gone. That's what we fear about, and we don't want to step out of our own comfort zone, whichever it is. That's really the ਡਰ। ਔਰ ਇਹ ਜਿੰਨੇ ਥਾਟਸ ਨੇ ਨਾ, ਅਗੇਨ ਜੇ ਅਸੀਂ ਉਹ ਆਪਣੀ ਚੁਗਿਰਦੇ ਦੇ ਵਿੱਚ ਆ ਜਾਈਏ, ਇੱਕ ਟ੍ਰਾਇਡ ਦੇ ਵਿੱਚ ਕਿ ਵਨਨੈਸ, ਆਈਨੈਸ, ਅਦਰਨੈਸ, ਜਿਸ ਤਰ੍ਹਾਂ ਹੀ ਮੈਂ ਵਨਨੈਸ ਨੂੰ ਛੱਡਦਾ, ਇਹ ਸਾਰੇ ਡਰ ਨੇ ਮੇਰੇ, ਰਾਈਟ, ਤੇ ਉੱਥੇ ਹੀ ਮੈਨੂੰ ਖਤਰਾ ਲੱਗ ਜਾਂਦਾ। ਇਹ ਜਿੰਨੇ ਅੱਜ ਦੀ ਡੇਟ ਦੇ ਵਿੱਚ ਡਾਕਟਰ ਲੋਕ ਜ਼ਿਆਦਾ ਜਾਣਦੇ ਪਏ ਨੇ, ਜਿੰਨੇ ਡਿਪਰੈਸ਼ਨ ਦੇ ਕੇਸਿਸ, ਵਾਟ ਇਜ਼ ਡਿਪਰੈਸ਼ਨ ਬੇਸਿਕਲੀ? faithlessness, no, faithless nahi, deprivation from the faith, to be exact. ठीक है डॉक्टर साहिबाना, डॉक्टर नानी साहिबानो, am I using the right term? There are all kinds of depression, and every depression kind of has different नहीं sources. अजकल दी मैं भैन जी अजकल दी गल कीती जेडे असी circumstantial depression हो रहा ना, virus and because of isolation. हाँ जी कोई कोरोना आ गया, या मेरी जॉब चली गई है, या मेरा बिजनेस कट गया, डिप्रेशन मैं आजकल दी गल कीती सी आजकल। हाँ जी so circumstantial depression है। हाँ, जिथे भी, and you are better able to explain it, or similar Panji, wherever there is no santokh, there will be fear and lack of something, and we find depression or lack of something because exactly faith and santokh nahi hai, te fir और संतोख जिथे भी आया ना गुरबाणी दे विच, थोड़ी जिहा आपां एस्ट्रे चले गए क्योंकि संतोख आ गया विच, संतोख तो पहले सत जरूर आया। बड़ी अजीब गल, मतलब कुछ गल्लां ते इस तरह ने जिस तरह काइंड ऑफ पंच लाइन हुंदी है, जिद्दां जे नहीं हैगा ते असी मतलब पैरेंथेसिस दे विच समझिया होया, जिस तरह लुप्त संबंध की हुंदा व्याकरण दे विच इत्थे गुरबाणी दी या भाषा दी, उत्थे असी इदां समझदे भी जिथे संतोख हैगा सत होना चाहिए नाल, इस तरह। सो अभय दान नाम हर पायो, ये भी क्या गया एक थां ते, अभय दान नाम हर पायो, जन नानक लेखा समझा समथिंग, अभय दान नाम हर पायो। हुण उत्थे जिहड़ा नाम है, कोई दस्सिओ भैन जी कट के पी भरावो भी केड़ा, सिर डारियो नानक संत चरना, सिर नानियो डारियो नानक संत चरना, ठाकुर जीओ तुहारो परना। हुण देखो, हुण अभय दान असी मंगदे पए आ, पर मैनू अभय दान मिल गया कित्थों? गुरु चरना, नाम, शब्द, हुक्म, करतार, गुरबाणी, सारे सिनोनिम्स असी बार बार रिपीट करी जाने। ठीक है जी, इत्थे भी निर्भयता दा दान लिखिया होया। हाँ जी, अगेन भैन जी लिखिया होया आपां, I mean, महान कोश पर देखो, अभय दान इज पैर रहित, निडर, निर्भय, निडरता रहता। हाँ जी, सो चलिए आगे। कार सिंह जी कित्थे हो बाबा जी? ਉਹ ਨੇਰੇ ਚ ਸੀਗੇ। ਮੈਂ ਕਿਹਾ ਅਸੀਂ ਤੇ ਅੱਗੇ ਬੜੇ ਡਰਾਕਾ ਜਿਹਾ ਪਰਦੇ ਪਿੱਛੇ ਲੁਕਦੇ ਰਹਿੰਦੇ ਆ, ਨਿਰਭਉ ਕਿੱਥੋਂ ਹੋਣਾ। ਇਹ ਭੌ ਦੀ ਗੱਲ ਕਰਦੇ, ਆਓ ਕਹਿੰਦੇ ਹਊਏ ਦੀ ਗੱਲ ਕਰਦੇ ਹੋ ਤੇ ਮੇਰੀ ਤੇ ਜਾਨ ਨਿਕਲ ਜਾਂਦੀ ਹੈ ਹਊਏ ਨਾਲ, ਹਨਾ। ਸਹੀ ਗੱਲ, ਕਰੋ ਪਿਆਰਿਓ ਫਿਰ, ਹਾਂਜੀ ਪਾਠ ਵੀ ਸੁਣਾ ਦਿਓ ਤੇ ਅਰਥ ਵੀ ਸੁਣਾ ਦਿਓ। ਇਹ ਤੁਸੀਂ ਮੇਰੀ ਸੇਵਾ ਲਾ ਦੇਣ ਲੱਗੇ ਜੇ। ਨਹੀਂ, ਜਿਹੜਾ ਬੋਲੇ ਹੋਈ ਕੁੰਡਾ ਖੋਲੇ, ਹੋਰ ਕੀ ਹੈ। ਵਾਓ, ਆਈ ਐਮ ਸੋ ਬਲੈਸਡ, ਥੈਂਕ ਯੂ, ਥੈਂਕ। ਹਾਂਜੀ, ਮੈਂ ਕਹਾਂ ਲਾ ਲਾ ਮਾੜੀ ਜੀ।
ਸਤਨਾਮ ਸ੍ਰੀ ਵਾਹਿਗੁਰੂ। Oh, wait. ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈਤ ਸ੍ਰੀ ਮਹਲਾ ਨੌਵਾਂ। ਮਨ ਰੇ ਸਾਚਾ ਗਹੁ ਵਿਚਾਰਾ। ਮਨ ਰੇ ਸਾਚਾ ਗਹੁ ਵਿਚਾਰਾ। ਰਾਮ ਨਾਮ ਬਿਨ ਮਿਥਿਆ ਮਾਨੋ। ਸਗਰੋ ਏ ਸੰਸਾਰਾ। ਰਹਾਉ ਜਾਂ ਕੋ ਜੋਗੀ ਖੋਜ ਤੁਹਾਰੇ। ਪਾਇਓ ਨਾਹੀਂ ਤੇ ਪਾਰਾ। ਪਾਇਓ ਨਾਹੀਂ ਤਹਿ ਪਾਰਾ। ਸੋ ਸੁਆਮੀ ਤੁਮ ਨਿਕਟ ਪਛਾਨੋ। ਰੂਪ ਰੇਖ ਰੇਖ ਤੇ ਨਿਆਰਾ। ਪਾਵਨ ਨਾਮ ਜਗਤ ਮੈਂ ਹਰ ਕੋ। ਕਬਹੂ ਨਾਹੀ ਸੰਪਾਰਾ। ਨਾਨਕ ਸ਼ਰਨ ਪਰਿਓ ਜਗ ਬੰਧਨ। ਰਾਖੋ ਬਿਰਦ ਤੁਹਾਰਾ। ਪਾਵਨ ਨਾਮ ਜਗਤ ਮੈਂ ਹਰ ਕੋ। ਕਬਹੂ ਨਾਹੀਂ ਸੰਪਾਰਾ। ਨਾਨਕ ਸ਼ਰਨ ਪਰਿਓ ਜਗ ਬੰਧਨ। ਰਾਖੋ ਬਿਰਦ ਤੁਹਾਰਾ। ਰਾਖੋ ਬਿਰਦ ਤੁਹਾਰਾ। ਰਾਖੋ ਬਿਰਦ ਤੁਹਾਰਾ। ਹਾਂਜੀ, ਅੱਛਾ, ਗੁਰੂ ਸਾਹਿਬ ਇਹ ਸ਼ਬਦ ਦੇ ਵਿੱਚ ਇਹ ਗੱਲ ਖਾਸ ਜਿਹੜੀ ਹੈ ਨਾ ਉਹਨੂੰ ਐਕਸਪਲੋਰ ਕਰਨੀ ਚਾਹੁੰਦੇ ਆ ਵੀ ਵਿਚਾਰਾ, ਸਾਚਾ ਵਿਚਾਰਾ। ਵਿਚਾਰ ਦੇ ਸੰਸਾਰ ਵਿੱਚ ਬੜੇ ਨੇ, ਅਨੇਕਾਂ ਹੀ ਕਿਸਮਾਂ ਦੇ ਵਿਚਾਰ ਨੇ, ਪਰ ਇੱਕ ਵਿਚਾਰ ਉਹ ਆ ਜਿਹਨੂੰ ਚੈਲੰਜ ਤੇ ਹੋ ਸਕਦਾ ਵਾ ਪਰ ਡਿਫੀਟ ਨਹੀਂ ਕੀਤਾ ਜਾ ਸਕਦਾ। ਤੇ ਗੁਰੂ ਸਾਹਿਬ ਨੇ ਵੀ ਉਹ ਜਿਹੜੀ ਵਿਚਾਰ ਹੈ ਨਾ ਜਿਹਨੂੰ ਸੰਸਾਰ ਡਿਫੀਟ ਨਾ ਕਰ ਸਕੇ, ਤੂੰ ਉਹ ਤੇ ਕੰਟੈਂਪਲੇਟ ਕਰ ਤੇ ਉਹਨੂੰ ਗੈਦਰ ਕਰ, ਉਹਨੂੰ ਗ੍ਰੈਬ ਕਰ, ਉਹਨੂੰ ਹੋਲਡ ਕਰਕੇ ਰੱਖ। ਅੱਛਾ, ਹੁਣ ਇਹ ਜਿਹੜੀ ਸਾਚਾ ਵਿਚਾਰਾ ਵਾ ਇਹ ਵੇਖਣਾ ਰਿਜੀਨੇਟ ਕਿੱਥੋਂ ਹੁੰਦੀ ਹੈ। ਇਹ ਜਦੋਂ ਸ਼ੁਰੂ ਦੇ ਵਿੱਚ ਮਨੁੱਖ ਦੇ ਮਨ ਤੋਂ ਰਿਜੀਨੇਟ ਹੁੰਦੀ। ਚੰਗੀਆਂ ਵਿਚਾਰਾਂ, ਮਾੜੀਆਂ ਵਿਚਾਰਾਂ, ਮੱਧਮ ਵਿਚਾਰਾਂ, ਸੁਪੀਰੀਅਰ ਵਿਚਾਰਾਂ। ਤੇ ਗੁਰੂ ਸਾਹਿਬ ਕਹਿੰਦੇ ਇਹਨਾਂ ਸਾਰੀਆਂ ਵਿਚਾਰਾਂ ਦੇ ਵਿੱਚੋਂ ਜਿਹੜੀ ਉੱਤਮ ਵਿਚਾਰ ਆ ਤੂੰ ਉਹਨੂੰ ਗ੍ਰੈਬ ਕਰਕੇ ਰੱਖ, ਉਹ ਤੇਰੇ ਜੀਵਨ ਦਾ ਆਸਰਾ ਹੋਵੇ। ਤੂੰ ਆਪਣਾ ਜੀਵਨ ਜਦੋਂ ਤੂੰ ਜੀਵੇਂ ਤੇ ਸਾਚਾ ਵਿਚਾਰੋ ਲੈ ਕੇ ਚੱਲੇ, ਇਹ ਸਾਚਾ ਵਿਚਾਰ ਤੇਰੀ ਗਾਈਡੈਂਸ ਬਣੇ। ਓਕੇ, ਜਿਹੜਾ ਸਾਚਾ ਵਿਚਾਰ ਹੈ ਐਕਚੁਅਲੀ ਇਨ ਫਾਰਮ ਆਫ ਸੁਪਰੀਮ ਵਿਜ਼ਡਮ। ਤੇ ਜਿਹੜੇ ਲੋਕ ਸਿਆਣੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਕਾਮਯਾਬ ਵੀ ਉਹ ਹੁੰਦੇ। ਜਿਹੜੇ ਲੋਕ ਮੂਰਖ ਹੁੰਦੇ ਆ ਨਾ ਉਹ ਕਦੀ ਸੁਖੀ ਨਹੀਂ ਵਸਦੇ। ਤੇ ਗੁਰੂ ਸਾਹਿਬ ਕਹਿੰਦੇ ਕਿ ਉਹਦਾ ਸਿੱਖ ਜਿਹੜਾ ਨਾ ਸੁਖੀ ਵਸੇ। ਗੁਰੂ ਸਾਹਿਬ ਕਹਿੰਦੇ ਸਾਡੇ ਵਾਸਤੇ, ਗੁਰੂ ਸਾਹਿਬ ਨੇ ਮੇਰੇ ਵਾਸਤੇ ਸ਼ਬਦ ਲਿਖਿਆ ਕਿ ਹੇ ਪੁੱਤਰ, ਜੇ ਤੂੰ ਸੁਖੀ ਵਸਣਾ ਵਾ, ਸਕਸੈਸਫੁਲ ਜੀਵਨ ਜੀਣਾ ਹੈ ਨਾ, ਤੇ ਫਿਰ ਸਾਚਾ ਵਿਚਾਰ ਕਿਸੇ ਤਰੀਕੇ ਨਾਲ ਆਪਣੇ ਹਿਰਦੇ ਦੇ ਵਿੱਚ ਵਸਾ ਲਾ। ਤੇ ਹੋਰ ਕੀ ਹੈ, ਰਾਮ ਨਾਮ ਬਿਨ ਮਿਥਿਆ ਮਾਨੋ। ਸਗਰੋ ਇਹ ਸੰਸਾਰ।
ਹੁਣ ਕਹਿੰਦੇ ਵੀ ਰਾਮ ਨਾਮ ਕੀ ਹੈ? ਹੁਣ ਨਾਮ ਦੀ ਜਿਹੜੀ ਡੈਫੀਨੇਸ਼ਨ ਆ, ਉਹ ਗੁਰੂ ਸਾਹਿਬ ਕਹਿੰਦੇ ਵੀ ਇਹ ਨਾਮ ਅਸਲ 'ਚ ਗੁਣ ਨਾਮ ਆ। ਨਾਮ is not merely a rut। ਉਹ ਜਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਆ, ਸਤਿਗੁਰ ਸਾਗਰ ਗੁਣ ਨਾਮ ਕਾ, ਮੈਂ ਤਿਸ ਦੇਖਣ ਕਾ ਚਾਓ, ਤਿਸ ਬਿਨ ਘੜੀ ਨਾ ਜੀਵੂੰ, ਬਿਨ ਦੇਖੇ ਮਰ ਜਾਵਾਂ। ਅੱਛਾ, ਹੁਣ ਗੁਰੂ ਰਾਮਦਾਸ ਸਾਹਿਬ ਆਪਣੇ ਆਪ ਤੇ ਸਤਿਗੁਰ ਨੇ, ਪਰ ਉਹ ਸਤਿਗੁਰ ਕਿਹਨੂੰ ਸੰਬੋਧਨ ਕਰ ਰਹੇ ਨੇ? ਸਤਿਗੁਰ ਉਹ ਪਰਮਾਤਮਾ ਪ੍ਰਤੀ ਉਹ ਲਫ਼ਜ਼ ਜਿਹੜਾ ਸਤਿਗੁਰ ਵਾਲਾ ਟਾਈਟਲ ਆ, ਉਹ ਸੱਚੇ ਪਾਤਸ਼ਾਹ ਰੱਬ ਵਾਸਤੇ ਹੀ ਵਰਤ ਰਹੇ ਨੇ। ਤੇ ਕਹਿੰਦੇ ਰਾਮ ਨਾਮ ਕੀ ਹੈ? ਕਹਿੰਦੇ ਜਿਹੜੇ ਪਰਮਾਤਮਾ ਦੇ ਜਿਹੜੇ ਰੱਬੀ ਗੁਣ ਆ ਨਾ, ਉਹਨਾਂ ਤੋਂ ਬਗੈਰ ਤੂੰ ਆਪਣਾ ਜੀਵਨ ਜਿਹੜਾ ਨਾ ਵਿਅਰਥ ਸਮਝ। ਹਾਂ, ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰ ਆ। ਇਹ ਸਾਰਾ ਸੰਸਾਰ ਜਿਹੜਾ ਨਾ ਰੱਬੀ ਗੁਣਾਂ ਤੋਂ ਬਗੈਰ ਜੀਵਨ ਜੀ ਰਿਹਾ, ਸਾਚੇ ਵਿਚਾਰ ਤੋਂ ਜੀਵਨ ਜੀ ਰਿਹਾ ਵਾ, ਤੇ ਸਾਰਾ ਸੰਸਾਰ ਰਹਾ। ਕਹਿੰਦੇ ਦੇਖੋ ਵੀ ਜਾਂ ਕੋ ਜੋਗੀ ਖੋਜਤ ਹਾਰੇ, ਪਾਹਿਓ ਨਾਹੀਂ ਤਹਿ ਪਾਰਾ। ਕਹਿੰਦੇ ਮੈਂ ਦੇਖਦਾ ਵਾਂ ਕਿ ਜਿਹਦੀ ਖੋਜ ਦੇ ਵਿੱਚ ਇਹ ਜੋਗੀ ਆਪਣਾ ਸਾਰਾ ਜੀਵਨ ਹੀ ਖਰਚ ਕਰ ਦਿੰਦੇ, ਸਾਰੀ ਜ਼ਿੰਦਗੀ ਲੰਘਾ ਦਿੰਦੇ ਨੇ, ਤੇ ਉਹਨਾਂ ਨੂੰ ਵੀ ਇਹ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਉਹਨਾਂ ਕੋਲ ਗੁਰੂ ਨਹੀਂ ਹੁੰਦਾ ਜਿਹੜਾ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰ ਸਕੇ। ਹੁਣ ਸਾਡੇ ਤੇ ਮੇਰੇ ਤੇ ਇਹ ਬਖਸ਼ਿਸ਼ ਆ ਕਿ ਸਾਨੂੰ, ਸਾਡੇ ਵਾਸਤੇ ਸਾਡਾ ਗੁਰੂ ਸਾਨੂੰ ਗਾਈਡ ਕਰਦਾ ਕਿ ਪੁੱਤਰ ਤੂੰ ਕਿਹੋ ਜਿਹਾ ਜੀਵਨ ਜੀਣਾ ਵਾ, ਕਿਹੜੀ ਚੀਜ਼ ਤੇਰੇ ਲਈ ਲਾਹੇਵੰਦ ਆ, ਕਿਹੜੀ ਚੀਜ਼ ਤੇਰੇ ਲਈ ਨੁਕਸਾਨ ਵਾਲੀ ਆ, ਤੇ ਉਹਦੇ ਮੁਤਾਬਕ ਤੂੰ ਨਾ ਸਿਆਣਾ ਬਣ ਕੇ ਨਾ, ਤੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਤੇਰੇ ਵਾਸਤੇ ਲਾਹੇਵੰਦ ਨੇ, ਜਿਨ੍ਹਾਂ ਨਾਲ ਤੇਰਾ ਜੀਵਨ ਸੁਖੀ ਬਣਾਉਣਾ ਵਾ, ਜਿਨ੍ਹਾਂ ਨਾਲ ਤੇਰੇ ਸੱਚੇ ਪਾਤਸ਼ਾਹ ਦੀ ਸਾਂਝ ਬਣਨੀ ਆ, ਜਿਹਦੇ ਨਾਲ ਤੂੰ ਪ੍ਰਮਾਤਮਾ ਨੂੰ ਆਪਣੇ ਅੰਦਰ ਫੀਲ ਕਰਨਾ ਨਾ, ਉਹ ਗੁਰੂ ਦੀ ਗਾਈਡੈਂਸ ਤੋਂ ਪਤਾ ਲੱਗਣਾ। ਕਹਿੰਦੇ ਜਿਹੜੇ ਯੋਗੀ ਨੇ ਨਾ, ਉਹ ਬੜਾ ਜ਼ੋਰ ਲਾ ਕੇ ਟਾਈਮ ਖਰਾਬ ਕਰ ਕਰਕੇ ਹਾਰ ਗਏ ਨੇ, ਉਹਨਾਂ ਨੂੰ ਵੀ ਪ੍ਰਮਾਤਮਾ ਦਾ ਸਮਝ ਨਹੀਂ ਆਈ। ਪਾਇਓ ਨਾਹੀਂ ਤੇ ਪਾਰਾ, ਉਹ ਵੀ ਪ੍ਰਮਾਤਮਾ ਦਾ ਪਾਰਾ ਨਹੀਂ ਪਾ ਸਕੇ ਕਿ ਸੱਚਾ ਪਾਤਸ਼ਾਹ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ। ਤੇ ਅਸਲ 'ਚ ਉਹ ਕੀ ਕਰਦੇ ਰਹੇ ਨੇ? ਉਹ ਬਾਹਰ ਹੀ ਲੱਭਦੇ ਰਹੇ ਨੇ, ਉਹ 12ਵੇਂ ਦਾ ਪਾਰਾ ਵਾਰਾ ਲੱਭਦੇ ਰਹੇ। ਸੋ ਗੁਰੂ ਸਾਹਿਬ ਕਹਿੰਦੇ ਸੋ ਸੁਆਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਕਹਿੰਦਾ ਹੇ ਬੰਦੇ, ਉਹ ਜਿਹੜਾ ਸੱਚਾ ਮਾਲਕ ਆ ਨਾ, ਉਹ ਤੇਰੇ ਨਿਕਟ ਆ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋਈ। ਉਹ ਇੰਨਾ ਤੇਰਾ ਕਲੋਜ਼ ਆ ਕਿ ਉਹ ਤੇਰੇ ਵਿੱਚ ਹੀ ਆ। ਹਾਂਜੀ, ਘੱਟ ਘੱਟ ਰਵ ਰਿਹਾ ਬਨਵਾਰੀ। ਹਾਂਜੀ, ਗੁਰੂ ਸਾਹਿਬ ਕਹਿੰਦੇ ਵੀ ਸੱਚੇ ਪਾਤਸ਼ਾਹ ਹਿਰਦੇ ਵਿੱਚ, ਮਨੁੱਖਾਂ ਦੇ ਹਿਰਦੇ ਵਿੱਚ ਵਸ ਰਿਹਾ ਵਾ, ਤੇ ਗੁਰੂ ਸਾਹਿਬ ਕਹਿੰਦੇ ਘੱਟ ਘੱਟ ਰਵ ਰਿਹਾ ਬਨਵਾਰੀ। ਕੀ ਸੀ ਉਹਦੀ ਪੰਕਤੀ ਮੈਨੂੰ ਭੁੱਲ ਗਈ। ਅੱਛਾ, ਜਲ ਥਲ ਮਹੀਲ ਗੁਪਤੋ ਵਰਤੇ, ਗੁਰ ਸ਼ਬਦੀ ਦੇਖ ਨਹਾਰੀ ਜੀ। ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਲ ਗੁਪਤੋ ਵਰਤੇ, ਗੁਰ ਸ਼ਬਦੀ ਦੇਖ ਨਹਾਰੀ ਜੀਓ। ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਬਾਣੀ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ, ਜੋ ਸਾਡੇ ਸਾਹਮਣੇ ਇਸ ਵੇਲੇ ਫੋਨਾਂ ਵਿੱਚ ਜਾਂ ਸਾਡੇ ਗੁਟਕਿਆਂ ਦੇ ਕੋਲ ਵਿੱਚ ਹੈ ਰੂਪ ਵਿੱਚ ਆ, ਇਹਦੇ ਦੁਆਰਾ ਹੀ ਸਾਨੂੰ ਪਰਮਾਤਮਾ ਦੀ ਸਮਝ ਲੱਗਣੀ ਹੈ ਕਿ ਉਹ ਸਾਡੇ ਕੋਲ ਆ। ਅੱਛਾ, ਸੋ ਸੁਆਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਉਹ ਏਦਾਂ ਮੰਨੋ ਕਿ ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੰਗ ਨਹੀਂ, ਤੇ ਐਗਜ਼ਿਸਟ ਵੀ ਜ਼ਰੂਰ ਕਰਦਾ ਵਾ। ਪਰਮਾਤਮਾ ਦੀ ਕੋਈ ਫਾਰਮ ਤੇ ਕੋਈ ਸ਼ੇਪ ਨਹੀਂ। ਰੂਪ ਨਾ ਰੇਖ ਨਾ ਰੰਗ ਤੇ ਸਤਿਹ ਗੁਣ ਤੇ ਪ੍ਰਭ ਭੈਣ, ਜਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜੇ ਹੁਣ ਮੈਨੂੰ ਪਤਾ ਲੱਗ ਜੇ ਨਾ ਵੀ ਰੱਬ ਰੂਪ ਰੇਖ ਤੇ ਨਿਆਰਾ, ਤੇ ਕਿਆ ਬਾਤ ਹੈ, ਪ੍ਰਸੰਨ ਹੋ ਜਾਂਦਾ ਮਨੁੱਖ। ਪਾਵਨ ਨਾਮ ਜਗਤ ਮੇ ਹਰ ਕੋ, ਕਬੂ ਨਾਹੀਂ ਸੰਭਾਰਾ। ਕਹਿੰਦੇ ਪਰਮਾਤਮਾ ਦਾ ਪਵਿੱਤਰ ਨਾਮ ਜਿਹੜਾ ਵਾ, ਜਿਹੜੇ ਪਰਮਾਤਮਾ ਦੇ ਪਵਿੱਤਰ ਗੁਣ ਨੇ ਸੰਸਾਰ ਦੇ ਵਿੱਚ, ਕਬੂ ਨਾਹੀਂ ਸੰਭਾਰਾ। ਕਹਿੰਦੇ ਉਹਨਾਂ ਨੂੰ ਮੈਂ ਕਦੀ ਇਕੱਠਿਆ ਹੀ ਨਹੀਂ ਕੀਤਾ, ਉਹਨਾਂ ਤੇ ਮੈਂ ਕਦੀ ਕੰਟਮਪਲੇਟ ਹੀ ਨਹੀਂ ਕੀਤਾ। ਹਾਂਜੀ, ਆਪਣੇ ਹਿਰਦੇ ਵਿੱਚ ਕਦੀ ਉਹਨਾਂ ਨੂੰ ਵਸਾਇਆ ਨਹੀਂ, ਆਪਣੀ ਯਾਦਦਾਸ਼ਤ ਵਿੱਚ ਇਕੱਤਰ ਨਹੀਂ ਕੀਤਾ। ਤੇ ਨਾਨਕ ਸ਼ਰਨ ਪਰਿਓ ਜਗ ਬੰਧਨ, ਰਾਖੋ ਬਿਰਦ ਤੁਹਾਰਾ। ਹੁਣ ਇਹ 'ਚ ਗੁਰੂ ਸਾਹਿਬ ਜੀ ਅਰਦਾਸ ਕਰਦੇ ਨੇ, ਹੇ ਸੱਚੇ ਪਾਤਸ਼ਾਹ, ਮੇਰਾ ਤਾਂ ਹੋਰ ਕੋਈ ਆਸਰਾ ਨਹੀਂ ਹੈਗਾ, ਮੈਂ ਕਿਹਦੇ ਕੋਲ ਜਾਵਾਂ। ਹੈਂ,
किसी कोई कोए मांझ नमाणी एक तू क्यों ना मरीजे रोए जब लग चेतना आवी। हाँ जी, मेरा नमाणे दा होर कोई आसरा नहीं गा सच्चे पातशाह। हुण मैं तेरी शरण विच आया वां ते तेरा बिरद कीया, मुढ़ कदीमां दा बिरद कीया। तूं अपने ਜਿਹੜੇ ਸੇਵਕ ਤੇਰੇ ਡਿਵੋਟੀ ਜੋ ਤੇਰੀ ਸ਼ਰਨ ਵਿੱਚ ਆਉਂਦੇ ਨੇ ਨਾ, ਤੂੰ ਫਿਰ ਉਹਨਾਂ ਦਾ ਬਿਰਤ ਰੱਖ ਲੈਣਾ, ਤੂੰ ਉਹਨਾਂ ਦੀ ਬਿਰਤ ਪਾਲਣਾ ਕਰਦਾ ਵਾ। ਨਾਨਕ ਸ਼ਰਨ ਪਰਿਓ ਜਗ ਬੰਧਨ ਦੇ ਅਰਥ ਵੀ ਹੁੰਦੇ ਹੱਥ ਬੰਨ ਕੇ ਬੰਦਨਾ ਕਰਨੀ। ਰਾਖੋ ਬਿਰਦ ਤੁਹਾਰਾ ਹੇ ਸੱਚੇ ਪਾਤਸ਼ਾਹ, ਇਹ ਤੇਰਾ ਮੁੜ ਕਦੀਮਾਂ ਦਾ ਹਿਸਾਬ ਕਿਤਾਬ ਆ ਕਿ ਜਿਹੜੇ ਤੇਰੀ ਸ਼ਰਨ ਆਉਂਦੇ ਆ ਤੂੰ ਉਹਨਾਂ ਨੂੰ ਗਲ ਨਾਲ ਲਾ ਲੈਣਾ। So I wish Vaheguru Ji can do to me so I can, embrace him. So I'll be so astonished and happy and samad if that thing can happen. I Khalsa. ਧੰਨਵਾਦ ਜੀ ਕਾਲ ਸਿੰਘ ਜੀ। ਐਨੀ ਇੰਪਰੋਵਾਈਜ਼ੇਸ਼ਨ, ਕਿਸੇ ਦਾ ਕੋਈ ਇਨਪੁਟ, ਕੋਈ ਸਵਾਲ? ਮੈਂ ਕਹਿ ਰਹੀ ਸੀ ਵੀ ਜਿਹੜਾ ਰਹਾਉ ਦੀ ਤੁਕ ਵਿੱਚ ਜਿਹੜਾ ਉਹਨਾਂ ਨੇ ਲਿਖਿਆ ਜਿਹੜਾ ਵਿਚਾਰ, ਜਿਹੜਾ ਕਿਹਾ ਕਿ ਸੱਚਾ ਵਿਚਾਰ ਕੀ ਹੈ, ਉਹ ਵਿਚਾਰ ਇਹੀ ਵਿਚਾਰ ਹੈ ਕਿ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ, ਨਾਮ ਦੀ ਹੋਂਦ ਤੋਂ ਬਿਨਾਂ ਜੋ ਵੀ ਸੰਸਾਰ ਹੈ ਉਹ ਮਿੱਥਿਆ। ਜਿਵੇਂ ਅਸੀਂ ਕਹਿੰਦੇ ਹਾਂ ਕਿ ਬਈ ਸਭ ਕੁਛ ਜੋ ਉਸ ਤੇ ਜਿਹੜੇ ਵੀ ਉਸ ਤੋਂ ਉਸਨੂੰ ਭੁਲਾ ਕੇ ਜਿਹੜੀ ਵੀ ਚੀਜ਼ ਹੈ ਉਹ ਮਿੱਥਿਆ ਹੈ, ਉਹ ਮਾਇਆ। ਇਹ ਵੀ ਇਹ ਸਾਰਾ ਇਹੀ ਵਿਚਾਰ ਹੈ ਜਿਸਨੂੰ ਕਿ ਪਕੜਨਾ, ਕਿ ਵੀ ਸਾਨੂੰ ਬਾਕੀ ਸਭ ਜਿਹੜੀ ਸੰਸਾਰ ਦੀ ਚੀਜ਼ ਹੈ ਉਹ ਝੂਠੀ ਲੱਗੇ, ਮਿੱਥਿਆ ਲੱਗੇ, ਤੇ ਇਹ ਵਿਚਾਰ ਇਹੀ ਵਿਚਾਰ ਜਿਹਨੂੰ ਜਿਸਨੂੰ ਪਕੜਨਾ। just was thinking ਇੱਕ ਹਾਂਜੀ, ਇਹ ਇੱਕ ਪੱਖ ਹੈ ਨਾ ਪੜਨ ਦਾ। ਜੇ ਇਹਨੂੰ ਅਸੀਂ ਲਿੰਕ ਕਰ ਦਈਏ ਤੇ ਇਹ ਇੱਕ ਪੱਖ ਹੈ। ਜੇ ਅਸੀਂ ਇਹਨੂੰ ਸੈਗਰੀਗੇਟ ਰੱਖੀਏ ਤੇ ਵਿਚਾਰਨ ਤੋਂ ਭਾਵ ਕੰਟੈਂਪਲੇਸ਼ਨ ਹੈ, ਸਭ ਇੰਟਰੋਸਪੈਕਸ਼ਨ ਹੈ। ਜੇ ਅਸੀਂ ਇਹ ਕਹੀਏ ਵੀ ਰਾਮ ਨਾਮ ਬਿਨ ਮਿਥਿਆ ਮਾਨੋ, ਇਹ ਵੀ ਇੱਕ ਥਾਟ ਹੈ ਨਾ ਕਿ ਮੈਂ ਰੱਬ ਦੇ ਨਾਂ ਤੋਂ ਬਗੈਰ ਹੋਰ ਕੁਛ ਨਹੀਂ ਮੰਨਦਾ, ਹੋਰ ਸਭ ਮਿਥਿਆ। ਮਿਥਿਆ ਇਹ ਸੰਸਾਰ ਪੇਖਣਾ ਰਹਿਣਾ ਕਹੋ ਪਈਏ ਰੇ, ਹਨਾ। ਤੇ ਇਹ ਵੀ ਇੱਕ ਥਾਟ ਹੈ ਆਪਣੇ ਆਪ ਚ। ਸੋ ਬੇਸਿਕਲੀ ਇਹ ਗੱਲ ਸਿਰਫ ਅੰਦਰ ਦੀ ਹੈ ਕਿ ਮਨਾ ਤੂੰ ਇੱਕ ਥਾਟ ਨੂੰ ਫੜ ਕੇ ਬਹਿ ਜਾ ਕਿ ਰੱਬ ਤੋਂ ਬਗੈਰ ਕੁਛ ਨਹੀਂ ਹੈਗਾ, ਤੇ ਇਸੇ ਨੂੰ ਜੱਟ ਜੱਫਾ ਪਾ ਲੈ। Right? So the way you take it. ਅੱਛਾ, ਇਹ ਬਿਰਦ ਦੀ ਗੱਲ ਥੋੜੀ ਜਿਹੀ ਕਰੀਏ ਆਪਸ ਚ। ਵੀ ਬਿਰਦ ਦਾ ਮਤਲਬ ਹੈਗਾ ਕਿ ਮੇਰਾ ਸੁਭਾਅ, ਮੇਰਾ ਭਾਵ, ਮੇਰੀ ਡਿਸਪੋਜੀਸ਼ਨ ਵੀ ਕਹਿ ਸਕਦਾ, ਜਾਂ ਮੇਰਾ ਫਰਜ਼ ਵੀ ਕਹਿ ਸਕਦਾ ਵੀ ਮੈਂ ਹਰ ਵੇਲੇ ਬਾਣੀ ਦੇ ਵਿੱਚ ਬੜੀ ਥਾਂ ਤੇ ਆਇਆ। ਕੌਣ ਨਾਨਕ ਜੇ ਬਿਰਦ ਪਛਾਣੋ ਤਬੋ ਪਤ ਤਰੋ, ਹੈਨਾ। ਤੇ ਵੀ ਤੂੰ ਆਪਣਾ ਬਿਰਦ ਦੇਖ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਮਤਲਬ ਮੈਂ ਕਿੰਨਾ ਅਜੋਕਾ 20th ਸੈਂਚੁਰੀ ਦਾ ਨਿਆਣਾ ਵਾਂ ਕਿ ਜੇ ਮਾਪਿਆਂ ਨੂੰ ਕਹਿਤਾ ਦੇਖ ਲੈ ਤੂੰ ਏਦਾਂ ਕਰ ਲੈ, ਮੇਰੀ ਮੰਮੀ ਹੈ ਤੂੰ, ਮਤਲਬ ਅਸੀਂ ਜਾਂ ਗਿਲਟ ਦੇ ਕੇ ਜਾਂ ਉਹਨੂੰ ਥ੍ਰੈਟ ਕਰਕੇ, ਪਿਆਰ ਦੀ ਥ੍ਰੈਟ, ਤੇ ਅਸੀਂ ਉਹਨੂੰ ਕਿੱਦਾਂ ਯੂਜ਼ ਕਰਦੇ ਹਾਂ। ਸਾਡਾ ਕੋਈ ਬਿਰਦ ਨਹੀਂ ਹੈ। ਐਵੇਂ ਸੋਚ ਆਈ ਸੀ ਇੰਟਰੋਸਪੈਕਟਿਵ, ਕਿਉਂਕਿ ਵਿਚਾਰ ਦੀ ਗੱਲ ਹੋ ਰਹੀ ਸੀ ਨਾ ਸਾਰੀ। ਤੇ ਕਦੀ ਮੈਂ ਇਹ ਵੀ ਵਿਚਾਰ ਲਿਆਂਦਾ ਆਪਣੇ ਅੰਦਰ ਵੀ ਮੇਰਾ ਵੀ ਕੋਈ ਫਰਜ਼ ਹੋ ਸਕਦਾ, ਮੇਰਾ ਵੀ ਕੋਈ ਸੁਭਾਅ ਹੋਣਾ ਚਾਹੀਦਾ ਤੇਰੇ ਸੁਭਾਅ ਦੇ ਵਿਜ਼। ਜਸਟ ਅ ਕੁਐਸਚਨ। We know the answers, ਪਰ ਆਪਣੇ ਆਪ ਨੂੰ ਇੱਕ
ਹਲੂਣਾ ਦੇਣ ਦੇ ਲਈ ਅਸ਼ਰਿੰਗ ਥਾਟ ਜਿਹੜੀ ਹੈ ਕੋਈ ਵੀ ਤੇ ਹੋਣੀ ਚਾਹੀਦੀ ਹੈ ਨਾ। ਤੂੰ ਵੀ ਤੇ ਕੁਝ ਕਰ ਲੈ, ਸਾਰਾ ਕੁਝ ਰੱਬ ਤੇ ਹੀ ਕਰੀ ਜਾਂਦਾ, ਉਹ ਤੇ ਆਪਣਾ ਬਿਰਧ ਕਰ ਹੀ ਰਿਹਾ। ਜਸਟ ਥਾਟ। ਹਾਂਜੀ, ਐਨੀਵਨ ਐਲਸ? ਅੱਗੇ ਚਲਿए जी। 718 पेज। नहीं, दूसरी बारी फिर क्या ना कि पावन नाम जगत मैं हर को कबू ना है संभारा। ਇਹ ਜਿਹੜੀ ਮੇਰੀ ਡਿਊਟੀ ਹੈਗੀ ਸੀ ਉਹ ਮੈਂ ਨਹੀਂ ਕੀਤੀ ਹੈ, ਇਸ ਕਰਕੇ ਮੈਂ ਤੇਰੀ ਹੁਣ ਸ਼ਰਨ ਆ ਪਿਆ ਤੇ ਤੂੰ ਮੇਰੀ ਰੱਖਿਆ ਕਰ। पेज नंबर 718। कहो कहा अपनी अदमाई। कहाँ? हाँ जी, कोई करूगा जी? सिमरत जी तुसी करो प्लीज। जी पाठ सुनाओ पहले प्यार दे नाल। एक ओंकार सतगुर प्रसाद चौदी महला नौवा। चौदी महला नौवा। कहूं कहाँ अपनी अधमाई, उर्झ्यो कनक कामनी के रस, नह कीरत प्रभ गाई रहा। जग झूठे कहो साच जान कै, तास्यों रुच उपजाई, दीन बंद सिमर्यो नहीं कबहूं, होत जो संग सहाई। मगन रहयो माया में निस दिन, छुटी न मन की काई, कह नानक अब ना है अनंत गत, बिन हर की चरनाई। ਇਹਦੇ ਵਿੱਚ ਗੁਰੂ ਸਾਹਿਬ ਦੱਸ ਰਹੇ ਨੇ ਕਿ ਵੀ ਅਸੀਂ ਕਿੰਨੇ ਨੀਚ ਜਾਤ ਸਨਾਤ ਹੈਗੇ ਆ, ਤੇ ਜਿਸਦਾ ਕਿ ਕਿੱਥੋਂ ਤੱਕ ਵਰਣਨ ਕਰਾਂ, ਕਿੰਨਾ ਕੁ ਮੈਂ ਉਹਦੇ ਬਾਰੇ ਦੱਸ ਸਕਦਾ, ਕਿਉਂਕਿ ਮੇਰੀ ਜੋ ਬਿਰਤੀ ਹੈ ਉਹ ਇਹ ਹੈ ਕਿ ਮੈਂ ਉਲਝਿਆ ਪਿਆ ਸੰਸਾਰ ਦੇ ਵਿੱਚ ਜਿਹੜੀਆਂ ਵਸਤੂਆਂ ਮੈਨੂੰ ਪਰਮਾਤਮਾ ਨੇ ਦਿੱਤੀਆਂ ਨੇ ਉਹਨਾਂ ਦੇ ਵਿੱਚ ਉਲਝਿਆ ਹੋਇਆ ਤੇ ਦੇਣਹਾਰ ਦਾ ਤਾਰ ਨੂੰ ਭੁੱਲ ਗਿਆ, ਉਹਨੂੰ ਕਦੀ ਯਾਦ ਨਹੀਂ ਕੀਤਾ। ਤੇ ਇਹ ਜੱਗ ਜਿਹੜਾ ਸੀ ਇਹ ਮਿੱਥਿਆ ਸੀ, ਇਹ ਸੰਸਾਰ ਮਿੱਥਿਆ ਸੀ, ਝੂਠਾ ਸੀ, ਪਰ ਇਸ ਨੂੰ ਮੈਂ ਸੱਚਾ ਮੰਨ ਕੇ ਬੈਠ ਗਿਆ ਤੇ ਉਹਦੇ ਵਿੱਚ ਹੀ ਮੈਂ ਸਾਰੀ ਆਪਣੀ ਰੁਚੀ ਉਹਦੇ ਵਿੱਚ ਲਗਾਈ ਹੋਈ ਹੈ, ਸਾਰੀ ਆਪਣੀ ਐਨਰਜੀ ਜਿਹੜੀ ਹੈ ਮੈਂ ਉਹਦੇ ਵਿੱਚ ਲਗਾਈ ਹੈ, ਤੇ ਜਿਸਨੇ ਦਿੱਤਾ ਸੀ ਉਸਨੂੰ ਮੈਂ ਭੁੱਲ ਗਿਆ। ਜਿਹੜਾ ਮੇਰਾ ਹਰ ਵੇਲੇ ਦਾ ਸੰਗੀ ਸਾਥੀ ਪਰਮਾਤਮਾ, ਜਿਹੜਾ ਮੇਰਾ ਸਭ ਤੋਂ ਨੇੜੇ ਦਾ ਰਿਸ਼ਤੇਦਾਰ ਹੈਗਾ ਸੀ, ਉਹਨੂੰ ਤੇ ਮੈਂ ਕਦੀ ਯਾਦ ਨਹੀਂ ਕੀਤਾ, ਤੇ ਜਿਹੜੀ ਇਹ ਦੁਨੀਆ ਦੇ ਝੂਠੇ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦੇ ਨਾਲ ਮੈਂ ਉਲਝਿਆ ਹੋਇਆ, ਤੇ ਇਹਦੇ ਨਾਲ ਮਨ ਦੇ ਉੱਤੇ ਜਿਵੇਂ ਕਿ ਮੈਲ ਦੀ ਇੱਕ ਪਰਤ ਜੰਮੀ ਪਈ ਹੈ, ਜਿਹਦੇ ਵਿੱਚ ਮੈਂ ਮਸਤ ਹਾਂ, ਤੇ ਜਿਵੇਂ ਅਸੀਂ ਕਹਿ ਸਕਦੇ ਜਿਵੇਂ ਡੱਡੂ ਹੈ ਉਹਦੇ ਵਿੱਚ ਹੀ ਮਸਤ ਹੋਇਆ, ਉਹੀ ਮੈਲ ਖਾਈ ਜਾਂਦਾ, ਉਹਦੇ ਵਿੱਚ ਹੀ ਉਲਝਿਆ ਹੋਇਆ। ਇਹ ਮੇਰੀ ਸਥਿਤੀ ਹੈ, ਇਹ ਮੇਰੀ ਬਿਰਤੀ ਹੈ। ਸੋ ਅਖੀਰ ਦੇ ਵਿੱਚ ਕਹਿ ਰਹੇ ਕਿ ਵੀ ਤੇਰੇ ਤੋਂ ਬਿਨਾਂ ਮੇਰੀ ਕੋਈ ਗਤ ਨਹੀਂ ਹੈ, ਤੇਰੀ ਸ਼ਰਨ ਆਉਣ ਤੋਂ ਬਿਨਾਂ ਇਸ ਤੋਂ ਮੇਰਾ ਛੁਟਕਾਰਾ ਨਹੀਂ ਹੋ ਸਕਦਾ। ਸੋ ਇਹ ਆਪਣੀ ਨੀਚਤਾ ਦੀ ਗੁਰੂ ਸਾਹਿਬ ਦੱਸੇ ਵੀ ਸਾਡੀ ਕੀ ਹਾਲਤ ਹੈ। ਕੀ ਇਹ ਮੇਰੀ ਨੀਚਤਾ? ਨੀਚ ਜ਼ਾਤ ਦੇ ਤੌਰ ਤੇ ਵੀ ਹੈ,
ਪਰ ਇੱਥੇ ਜਿਸ ਤਰ੍ਹਾਂ ਪਿਛਲੇ ਦੇ ਨਾਲ ਜੇ ਲਿੰਕ ਕਰੀਏ ਤੇ ਇਹ ਸੋਚ ਦੇ ਨਾਲ ਵੀ ਮੇਰੀ ਨੀਚ ਸੋਚ ਵੀ ਤੇ ਹੈ ਨਾ, ਹਾਂਜੀ ਹਾਂਜੀ, ਹੈ ਨਾ? ਸੋਚ ਨੀਚ ਹੀ ਸੋਚ ਦੀ ਗੱਲ ਹੋ ਕਿੰਨੀ ਨੀਚ ਸੋਚ ਹੈ ਮੇਰੀ, ਕਦੀ ਸੋਚਦਾ ਮੈਂ? ਮੂਰਖਤਾ ਵੀ ਸਦੀ ਹੈ, ਮੂਰਖਤਾ। ਮੂਰਖਤਾ ਵੀ ਨਹੀਂ, ਹਾਂਜੀ ਕਮੀਨਾਪਨ ਹੈ ਨਾ, ਆਪਣਾ ਕਮੀਨਾਪਨ ਹੈ ਨਾ, ਜਿਹੜੀ ਹਾਂਜੀ, ਕਮੀਨੀ ਸੋਚ ਹੈ। ਇਹ ਇੱਕ ਲਫ਼ਜ਼ ਜਿਹੜਾ ਨਾ ਨੀਚ, ਨਾਨਕ ਨਾਵੇਂ ਬਾਝ ਸਨਾਤ, ਜਿਹੜੀ ਗॉडलेसनेस ਹੈ ਨਾ, ਕੋਈ ਵੀ ਥਾਟ sprouting from or going to godlessness, ਉਹ ਮੈਨੂੰ ਕੋਈ ਚੰਗਾ ਕੰਮ ਕਰਾਏਗੀ? ਕਿਉਂਕਿ ਇਹ ਨਵੇਂ ਪਾਤਸ਼ਾਹ ਨੇ ਛੋਟੇ ਛੋਟੇ ਥਾਟਸ ਦਿੱਤੇ ਹੈ, ਜਿਹੜੇ ਤੁਸੀਂ ਏਦਾਂ ਕਰਕੇ ਵੀ ਕਰ ਸਕਦੇ ਹੋ। ਤੇ ਇਫ ਯੂ ਸਟਾਰਟ ਫੈਥਮਿੰਗ ਔਰ ਕੰਟੈਂਪਲੇਟਿੰਗ, ਤੇ ਫਿਰ ਪਤਾ ਹੀ ਨਹੀਂ ਤੁਸੀਂ ਕਿੱਥੇ ਕਿੱਥੇ ਚਲੇ ਜਾਓ ਆਪਣੇ ਐਨਾਲਿਸਿਸ ਦੇ ਵਿੱਚ, ਇਸਨ't it? ਬਹੁਤ ਵਧੀਆ, ਕੀ ਬਾਤ ਹੈ। ਹਰ ਗੱਲ ਜਿਹੜੀ ਹੈ, ਮੈਂ ਜੇ ਕੁਐਸਚਨ ਕਰਾਂ ਆਪਣੇ ਆਪ ਤੇ ਕਿ ਮੈਂ ਆਪਣੀ ਨੀਚਤਾ ਕੀ ਕਹਾਂ, ਚਲੋ ਜੀ ਕਿਹੜੀ ਨੀਚਤਾ, ਮੇਰੇ ਚ ਤਾਂ ਕੋਈ ਹੈ ਹੀ ਨਹੀਂ, ਮੈਂ ਤੇ ਸੁਪਰ ਉੱਪਰ ਆ, ਫਸਟ ਕਲਾਸ, ਚੜ੍ਹਦੀ ਕਲਾ ਹੈ ਆਪਣੀ। ਤੇ ਫਿਰ ਉਹ ਕਹਿੰਦੇ ਵੀ ਉਰਜਿਓ ਕਨਕ ਕਾਮਨੀ ਲੈ, ਤੇ ਹੁਣ ਗੁਰੂ ਸਾਹਿਬ ਨੇ ਦਿੱਤੀ ਹੈ ਤੇ ਇਹਨੂੰ ਸੁੱਟ ਦਈਏ, ਮਤਲਬ ਮੇਰੇ ਇਹ ਨੀਚ ਸਵਾਲ ਹੈ ਮੇਰਾ, ਪਰ ਅਸੀਂ ਅਕਸਰ ਕਰਦੇ ਹਾਂ। ਗੁਰਬਾਣੀ ਤੇ ਅਸੀਂ ਇੰਨੇ ਸਵਾਲ ਪਾਉਂਦੇ ਹਾਂ ਕਿ ਫਿਰ ਜੀ ਅਸੀਂ ਇਹ ਕੀ ਕਰੀਏ? ਜਿਹੜੇ ਪਾਤਸ਼ਾਹ ਕਹਿੰਦਾ ਹੈ ਕਿ ਗੋਬਿੰਦ ਮਿਲਨ ਕੀ ਤੇਰੀ ਵਾਰੀ, ਤੇ ਫਿਰ ਅਸੀਂ ਕੀ ਕਰੀਏ ਜੀ? ਪਰਿਵਾਰ ਦਾ ਕੀ ਕਰੀਏ ਜੀ? ਫਿਰ ਪਰਿਵਾਰ ਨਾ ਪਾਲੀਏ ਜੀ। ਮਤਲਬ ਇਸ ਤਰ੍ਹਾਂ ਅਸੀਂ ਸਪੌਂਟੈਨਿਟੀ ਜਵਾਬ ਦਿੰਦੇ ਹਾਂ ਗੁਰਬਾਣੀ ਨੂੰ, isn't it? ਸੋ ਇਹ ਸਾਰੀਆਂ ਨੀਚ ਥਾਟਸ ਨੇ। ਇਹਨੂੰ ਅਸੀਂ ਮੂਰਖਤਾ ਵੀ ਕਹਿ ਸਕਦੇ ਹਾਂ, ਹਿਪੋਕ੍ਰੇਸੀ ਵੀ ਕਹਿ ਸਕਦੇ ਹਾਂ, ਸੈਲਫਿਸ਼ਨੈਸ ਵੀ ਕਹਿ ਸਕਦੇ ਹਾਂ, what not and what not. Anyone else to add on, please? Nothing? ਚਲੋ ਹਾਂਜੀ, ਥੋੜਾ ਜਿਹਾ ਕਮੈਂਟ ਆ ਰਿਹਾ। ਅੱਛਾ, ਹੁਣ ਇੱਦਾਂ ਮਹਿਸੂਸ ਹੁੰਦਾ ਕਿ ਗੁਰੂ ਸਾਹਿਬ ਨੇ ਇੱਕ ਡਿਸਕਨੈਕਟ ਦੀ ਗੱਲ ਕੀਤੀ ਹੈ ਕਿ ਮਨੁੱਖ ਇਹ ਰੱਬ ਨਾਲ ਕਿੱਦਾਂ ਡਿਸਕਨੈਕਟਡ ਹੈ। ਹਾਂਜੀ, ਡਿਸਕਨੈਕਟਡ ਹੀ ਨਹੀਂ, ਪਰ ਇਹ ਐਗਜ਼ਿਸਟ ਹੀ ਨਹੀਂ ਕਰਦਾ ਰੱਬ ਇਹਦੇ ਵਾਸਤੇ। ਇਹਦੇ ਵਾਸਤੇ ਕੀ ਐਗਜ਼ਿਸਟ ਕਰਦਾ ਵਾ? ਇਹਦਾ ਜਿਹੜਾ ਮਾਇਆ ਦੇ ਵਿੱਚ ਖਚਤ ਜਿਹੜਾ ਸੁਭਾਅ ਆ ਨਾ, ਉਹ ਐਗਜ਼ਿਸਟ ਕਰਦਾ ਵਾ, ਰੱਬ ਦੀ ਇਹਨੂੰ ਸਮਝ ਨਹੀਂ। ਤੇ ਉਸ ਕਾਰਨ ਕਰਕੇ ਗੁਰੂ ਸਾਹਿਬ ਨੇ ਕਹਾਂ ਕਹੂੰ ਆਪਣੀ ਅਦਮਾਈ, ਕਹਿੰਦੇ ਮੈਂ ਆਪਣੀ ਗੱਲ ਕੀ ਕਰਾਂ, ਮੇਰੀ ਪਰਸਨੈਲਿਟੀ ਇਹੋ ਜਿਹੀ ਹੈ। ਅੱਛਾ, ਤੇ ਕੀ ਪਰਸਨੈਲਿਟੀ ਦੇ ਵਿੱਚ ਕੀ ਹੈ ਵੀ ਇਸਤਰੀ ਹੋ ਗਿਆ, ਸੋਨਾ ਹੋ ਗਿਆ, ਜਿੰਨੇ ਵੀ ਸੰਸਾਰੀ ਰਸ ਨੇ 24 ਘੰਟੇ ਲੱਗਾ ਉਹਦੇ। ਜੇ ਤੇ 12 ਘੰਟੇ ਬਾਹਰ ਕੰਮ ਕਰਕੇ ਆਇਆ ਨਾ, ਤੇ ਰਾਤ ਕਿਤੇ ਜਾਗ ਖੁੱਲ ਜੇ, ਉਹਨਾਂ ਦੀ ਕੰਟੈਂਪਲੇਟ ਕਰਦਾ, ਮਾਇਆ ਦੀ ਕਰੀ ਜਾਂਦਾ ਕੰਟੈਂਪਲੇਟ। ਰੱਬ ਤੈਨੂੰ ਰਾਤ ਜਦੋਂ ਸੁੱਤੇ ਪਏ ਨੂੰ ਜਾਗ ਆ ਜਾਂਦੀ, ਰੱਬ ਤੇ ਉਦੋਂ ਵੀ ਯਾਦ ਨਹੀਂ ਆਉਂਦਾ। ਤੇ ਜੋ ਸਾਰੀ ਦਿਹਾੜੀ ਕਰਕੇ ਆਇਆ ਹੁੰਦਾ ਦੁਬਾਰਾ ਫਿਰ ਉਹ ਰਿਪੀਟ ਹੀ ਕਰੀ ਜਾਂਦਾ ਲੰਮਾ ਪਿਆ। ਤੇ ਨਾ ਕੀਰਤ ਪ੍ਰਭ ਗਾਈ, ਰੱਬ ਦਾ ਤੇ ਕੋਈ ਇੱਕ ਲਫ਼ਜ਼ ਵੀ ਨਾ ਇਹਦੇ ਮੂੰਹ ਚੋਂ ਨਹੀਂ ਨਿਕਲਿਆ। ਤੇ ਗੱਲ ਹੁਣ ਕਿੱਦਾਂ ਬਣੇ? ਝੂਠੇ ਜੱਗ ਕੋ ਸਾਚ ਜਾਣ ਕੇ ਤਾਂ ਸਿਉ ਰੁਚ ਪੁਜਾਈ। ਇੱਥੇ ਬਹੁਤ ਵੱਡੇ ਡਿਲੂਜ਼ਨ ਦੇ ਵਿੱਚ ਮਨੁੱਖ ਜੀਵਨ ਜੀ ਰਿਹਾ ਵਾ। ਜਿਹੜਾ ਨਾ ਇਹਨੇ ਕੂੜਾ ਇਕੱਠਾ ਕਰਨ ਤੇ ਇੰਨਾ ਜ਼ੋਰ ਦੀ ਲੱਗਾ ਹੋਇਆ ਨਾ, ਸਾਓ ਸਾਈ ਹੋਇਆ ਪਿਆ।
ਤੇ ਜਿਹੜਾ ਝੂਠਾ ਜਾਗਿਆ ਜਿੱਥੇ ਇਹਨੇ ਨਹੀਂ ਰਹਿਣਾ ਉਹਦੇ ਪ੍ਰਤੀ ਵਸਤੂਆਂ ਜਿਹੜੀਆਂ ਗੈਦਰ ਕਰ ਰਿਹਾ। ਗੁਰੂ ਸਾਹਿਬ ਕਹਿੰਦੇ ਵੀ ਨਾਨਕ ਉੱਠੀ ਚੱਲਿਆ ਹੁਣ ਮਰ ਗਿਆ ਵਾ, ਸਭ ਕੂੜੇ ਟੁੱਟੇ ਨੇ, ਹੁਣ ਇਹਦਾ ਕੂੜ ਤੋਂ ਨੇ ਟੁੱਟਾ, ਜਦੋਂ ਮਰ ਗਿਆ ਉਹ ਪਹਿਲਾਂ ਨਹੀਂ ਛੱਡ ਸਕਿਆ। That's happening to me। ਜਗ ਝੂਠੇ ਕੋਈ ਸਾਜ ਜਾਣ ਕੇ ਤਾਂ ਸਿਉ ਰੁੱਚ ਪੁਜਾਈ। ਬੜਾ ਜਿਸ ਤਰ੍ਹਾਂ ਇਹਨੂੰ ਚਾਅ ਚੜਿਆ ਵਾ, ਬੜੀ ਵੱਡੀ ਹਾਬੀ ਜਿਸ ਤਰ੍ਹਾਂ ਨੇ ਅਚੀਵ ਕੀਤੀ ਹੁੰਦੀ ਹੈ, ਤੇ ਪੈਸਾ ਇਕੱਠਾ ਕਰਨ ਤੋਂ ਬਾਅਦ ਆਪਣੇ ਆਪ ਨੂੰ ਸਮਝਦਾ ਵੀ ਆਮ ਦਾ ਵਿਨਰ, ਸੋ ਆਮ ਅ ਟਰਾਫੀ ਹੋਲਡਰ। ਏਦਾਂ ਸੰਸਾਰ ਨੂੰ ਦਿਖਣ ਡਿਆ ਵੀ ਮੇਰੇ ਕੋਲ ਇੰਨੀ ਮਾਇਆ ਵਾ, ਸੋ ਮਚ। ਹਾਂਜੀ, ਦੀਨ ਬੰਦ ਸਿਮਰਿਓ ਨਹੀਂ ਕਬ ਹੂੰ, ਦੀਨ ਬੰਦ ਸਿਮਰਿਓ ਨਹੀਂ ਕਬ ਹੋਤ ਜੋ ਸੰਗ ਸਹਾਈ। ਦੇਖੋ ਕਿੱਡਾ ਵੱਡਾ ਲੂਜਨ ਆ। ਮਨੁੱਖ ਤੇ ਰੱਬ ਦੇ ਵਿੱਚ ਕੋਈ ਦੂਰੀ ਨਹੀਂ, ਪਰ ਇਹਨੇ ਦੂਰੀ ਪੁਰਾਣੀ ਲੱਖਾਂ ਕੋਹਾਂ ਮੀਲਾਂ ਦੀ ਦੂਰੀ ਬਣਾ ਕੇ ਬੈਠਾ ਹੋਇਆ, ਐਗਜ਼ਿਸਟ ਹੀ ਨਹੀਂ ਕਰਦਾ। ਤੇ ਅੰਦਰ ਬੈਠਾ ਮਾਲਕ ਜਿਹੜਾ ਵਾ, ਉਹਦੀ ਇਹਨੂੰ ਪਤਾ ਹੀ ਨਹੀਂ ਕਿ ਮੈਂ ਕਿਉਂ ਬੈਠਾ। ਵਾਹ ਵਾਹ, ਕਿਆ ਬਾਤ। ਮਗਰ ਰਹਿ ਮਾਇਆ ਮੈਂ ਨਿਸਤਨ ਛੁੱਟੀ ਨਾ ਮਨ ਕੀ ਕਾਈ, ਮਨ ਦਾ ਭਰਮ ਟੁੱਟਦਾ ਹੀ ਨਹੀਂਗਾ, ਤੇ ਮਾਇਆ ਦੇ ਵਿੱਚ ਹੀ ਇਹ ਮਗਰ ਰਹਿੰਦਾ ਵਾ। ਹੋਰ ਇਕੱਠੀ ਕਰ ਲਾਂ, ਹੋਰ ਇਕੱਠੀ ਕਰ ਲਾਂ, ਅੱਜ ਬੈਂਕ ਜਾਣਾ ਵਾ, ਫਿਰ ਭੁੱਲ ਕੇ ਵੀ ਜਾਣਾ ਵਾ। ਜਿੱਦਾਂ ਨਾ ਇੱਕ ਪੰਡ ਪਾ ਕੇ ਲਿਆਉਂਦਾ ਸ਼ਾਮ ਨੂੰ, ਤੇ ਫਿਰ ਅਗਲੀ ਸ਼ਾਮ ਨੂੰ ਹੋਰ ਪੰਡਾਂ ਲਿਆਉਂਦਾ, ਤੇ ਫਿਰ ਉਹਨਾਂ ਨੂੰ ਸਾਂਭ ਰੱਖਦਾ। ਕਦੀ ਇਸ ਬੈਂਕ 'ਚ ਪਾਤੀ, ਕਦੀ ਇਸ ਬੈਂਕ 'ਚ ਪਾਤੀ, ਕਦੀ ਇਹ ਹੋ ਗਿਆ। ਨਿਸਤਨ 24 ਘੰਟੇ ਲੱਗਾ ਆ। ਕਹੋ ਨਾਨਕ ਅਬ ਨਾਹਿ ਅੰਤਗਤ ਬਿਨ ਹਰਿ ਕੀ ਸ਼ਰਨਾਈ। ਕਹਿੰਦੇ ਜੇ ਕਿਤੇ ਤੂੰ ਆਪਣੀ ਸੁੱਖ ਸਾਂਝ ਚਾਹੁੰਦਾ ਬੰਦਿਆ ਹੈਂ, ਤੇ ਤੂੰ ਇਹ ਪਹਿਲੀ ਗੱਲ ਤੇ ਰੱਬ ਨੂੰ ਪਛਾਣ। ਜੇ ਪਛਾਣੇਗਾ ਨਹੀਂ ਤੇ ਫਿਰ ਤੂੰ ਉਹਦੀ ਸ਼ਰਨ 'ਚ ਕਿੱਦਾਂ ਜਾਏਗਾ? ਸ਼ਰਨ 'ਚ ਤਾਂ ਉਹਦੀ ਜਾਏਗਾ ਨਾ ਜਿਹਦੇ ਪ੍ਰਤੀ ਇਹਨੂੰ ਜਾਣਕਾਰੀ ਹੋਏਗੀ। ਤੇ ਸ਼ਰਨ 'ਚ ਕਿੱਦਾਂ ਜਾਏਗਾ ਜੇ ਇਹਦੇ ਮੇਰੇ ਵਾਸਤੇ ਜੇ ਪ੍ਰਮਾਤਮਾ ਐਗਜ਼ਿਸਟ ਹੀ ਨਹੀਂ ਕਰਦਾ, ਤੇ ਮੈਂ ਉਹਦੀ ਸ਼ਰਨ 'ਚ ਕਿੱਦਾਂ ਜਾਊਂਗਾ? ਹਾਂਜੀ, ਕਹੋ ਨਾਨਕ ਅਬ ਨਾਹਿ ਅਨੰਤਗਤ ਬਿਨ ਹਰਿ ਕੀ ਸ਼ਰਨਾਈ। ਤੇਰਾ ਗੁਜ਼ਾਰਾ ਨਹੀਂ ਹੋਣਾ ਜਿੰਨਾ ਚਿਰ ਤੂੰ ਰੱਬ ਦੇ ਚਰਨਾਂ 'ਚ ਨਾ ਗਿਆ, ਪਰਮਾਤਮਾ ਨੂੰ ਸਮਰਪਿਤ ਨਾ ਹੋਇਆ। ਉਹਨੂੰ ਮਹਿਸੂਸ ਕਰੇਗਾ ਆਪਣੇ ਅੰਦਰ, ਫਿਰ ਉਹਦੀ ਹਜ਼ੂਰੀ ਮਹਿਸੂਸ ਕਰੇਗਾ, ਤੇ ਫਿਰ ਉਹ ਕੀ ਕਰਦਾ ਵਾ ਤੇਰੇ ਲਈ। ਹਾਂਜੀ, ਸਾਰਾ ਕੁਝ ਤਾਂ ਉਹੀ ਕਰਨ ਡਿਆ ਵਾ। ਇਹ ਏਡਾ ਮਨੁੱਖ ਭੈੜਾ ਨਾ, ਮੈਂ ਏਡਾ ਭੈੜਾ ਨਾ, ਸਭ ਕੁਝ ਕਰਨ ਵਾਲਾ ਉਹ, ਤੇ ਕ੍ਰੈਡਿਟ ਮੈਂ ਲੈਣ ਡਿਆ। ਚਾਹ ਪੀਣ ਦੇ ਫਾਰ ਐਗਜ਼ਾਮਪਲ, ਤੇ ਸਵਾਦ ਉਹ ਵਿੱਚ ਬੈਠਾ ਰਹਿ ਰਿਹਾ ਤੇ ਕ੍ਰੈਡਿਟ ਮੈਂ ਲੈ ਰਿਹਾ, ਮੈਂ ਚਾਹ ਪੀ ਰਿਹਾ। ਇੰਨਾ ਭੁਲੇਖਾ ਮਨੁੱਖ ਨੂੰ। ਪਰ ਚਾਹ ਪੀ ਦਾ ਸਵਾਦ ਲੈਣ ਵਾਲਾ ਅੰਦਰ ਬੈਠਾ ਨਾ, ਉਹਨੂੰ ਸਵਾਦ ਆ ਰਿਹਾ। ਮੈਂ ਤੇ ਇੱਕ ਪੁਤਲਾ ਹੀ ਆ ਜਿਹੜਾ ਉਹ ਮੈਨੂੰ ਯੂਜ਼ ਕਰਦਾ। ਪਰ ਸਾਡੀ ਸਾਂਝ ਹੁਣ ਪੁਤਲਾ ਵੀ ਕੀ ਕਰੇ, ਉਹ ਤੋਂ ਬਗੈਰ ਤੇ ਪੁਤਲੇ ਦਾ ਵੀ ਨਹੀਂ ਸਰਦਾ, ਤੇ ਪੁਤਲੇ ਤੋਂ ਬਗੈਰ ਉਹਦਾ ਨਹੀਂ ਸਰਦਾ। So they are connected. So I think it's, Guru talking like a big disconnect in this show. Thank you. ਅਗਲਾ ਆ ਜਾਂਦਾ ਜੀ ਉਹ 726। ਅੱਜ ਪਤਾ ਨਹੀਂ ਕਿਉਂ ਮਨ 'ਚ ਇਸ ਤਰ੍ਹਾਂ ਆ ਗਿਆ ਵੀ ਕਿਉਂਕਿ ਏਡੀ ਸੌਖੀ ਕਹਿੰਦੇ ਆ ਬਾਣੀ ਨੂੰ, ਤੇ ਸਾਰੇ ਕਰੋ, ਸਾਰੇ ਹਿੱਸਾ ਪਾਓ ਉਹਦੇ 'ਚ, ਹੈ ਨਾ। ਪਰਮਜੀਤ ਜੀ ਪਲੀਜ਼, ਤੇ ਨੈਕਸਟ ਹਰਕੇਵਲ ਜੀ ਸ਼ਬਦ ਪਲੀਜ਼। ਵਾਹਿਗੁਰੂ ਜੀ। ਤਿਲੰਗ ਮਹਲਾ 9ਵਾਂ। ਏਕ ਓੰਕਾਰ ਸਤਿਗੁਰ ਪ੍ਰਸਾਦ। चेतना है तो चेत ले, निस दिन में प्राणी, छिन छिन औद बिहात है, फूटे कट जो पानी रहाओ। हर गुण काय न गावही, मूर्ख अज्ञाना, झूठे लालच लाग के, न मरन पछाना।
अजू कछु बिगड़्यो नहीं, जो प्रभ गुण गावे, कौन नानक ते भजन ते निर्भय पद पावे। सो इत्थे भी गुरु जी सानू यही कहंदे ने कि जे तू याद करना है उस परमात्मा नू हर एक वक्त छिन छिन पल पल उसनू अपने चेते च रख के दिन ब दिन औद कटे दिन सरै ना रे। जिस तरह छिन छिन तेरी औद कटदी जांदी है, जिस तरह कड़े चो पानी टुटे कड़े चो पानी निकलदा जांदा है, उस तरह ही हर एक पल तेरी जो उम्र है, तेरे जो श्वासां दी गिनती है कटदी जांदी पई है। ते तो हजे भी क्यों इतना मूर्ख है, इतना ज्ञानी है, इतना नीच है कि उदा हजे भी तू गुण नहीं गांदा, उन्होंने चेत याद नहीं करता, उन्होंने नहीं समझदा। ते जो जग दे झूठे लालचां ते झूठे विकारां च तू फस गया है, ते नहीं समझदा कि एक दिन तेरा भी अंत होना है, कि तू हजे तक इनू नहीं पछाणिया। फिर अंत अखीर च गुरु जी कहंदे कि हजे भी कुछ नहीं बिगड़िया, हजे भी तू उन्नू चेत लै, हजे भी तू उन्नू याद कर लै, उदे गुण गा लै, क्योंकि इदे नाम दे गुरु दे नाम दे भजन बिन उदी उन्नू याद करे बगैर, उन्नू चेतना किते बगैर ही तेरा कुछ नहीं होना। ते तू निर्भय दा पद पाना है, जो निर्भव बनना है, जे उस उत्तम पदवी ते जाना है, तां उन्नू हजे भी तू समझ ले। वाहिगुरू जी खालसा, वाहिगुरू जी फतेह। चेतना दा ऑपोजिट है भुलना, isn't it? ते पातशाह कहंदे ने चेतना है तो चेत, ਇਹਦਾ मतलब मैं भुले ही बैठा। I have to introspect at every step. Is it right? मैं भुलिया होया? पातशाह कहंदे ने चेत ले। ते फिर ये भी कहंदे ने कि दिन रात मैनू होर कोई काम नहीं। पातशाह तुसीं ते वेले हो, जिस तरह असीं दुनिया च कह दिंदे ना, कोई मेरे वर्गा किसी नूं कह दिओ, कहंदा तू ते वेला है, I have tons of stuff to do. So इदां आपां फड़ना कि पातशाह नेल कित्थे कर रहे ने, मेरी किहड़ी सोच नूं ਉਹ टिंगल कर रहे। फिर कहंदे भी तू जे नहीं सोचेगा चेतेगा ते ये देख लै भी छिन छिन औद घटै निस बासुर। एक होर थावां ते पातशाही 9वीं दा शब्द है शायद, हाँ 9वीं पातशाह दा, प्राणी नारायण सुध ले छिन छिन औद घटै निस बासुर, बिरथा जात है दे। मतलब नाम तो बगैर तेरी जिहड़ी शरीर है बेकार जा रहा है यार। जिन्ना मैं जिस तरह एक तबले वजान जिहड़ा जोड़ी वजांदा है, वो थोड़ी थोड़ी देर बाद मेक श्योर करदा है कि इहदी आवाज ठीक है, किधरे बेसुरी ते नहीं हो गई। कदी मैं भी इस तरह करदा कि मेरा कनैक्शन हैगा कि नहीं, भी स्विच मेरे हाथ विच होवे, लाइट दी मैनू लोड़ ना होवे, ते की मैं कदी चेक करना चाहना ऑन करके भी बल्ब जगदा कि नहीं जगदा। दैट मीनस कि कनैक्टिविटी हैगी है। इनू मतलब अवेयरनेस दे विच मन मेरे अन दिन जाग हर चेत। चेतना ओनू है जिन्नू मैं भुल गया। असीं कहने सिमरन करो जी, ओए सिमरन याद याद ते ओनू करना ना जिहड़ा भुल गया। ते जे बिल फर्ज मैनू याद ही होवे ते फिर मैनू फिर सिमरन चाहिदा। सो डेफिनेटली मैं भुलदा, इस करके मालक कहंदा तू चेत।
ਤੇ ਉਹ ਭਾਈ ਗੁਰਦਾਸ ਜੀ ਕਹਿੰਦੇ ਚੇਤ ਰੇ ਚੇਤ ਅਚੇਤ ਮਹਾ ਜੜ। ਉਹ ਹੈਗਾ ਉਹਨਾਂ ਦਾ ਕਵਿਤ ਭਈ ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪਤ ਖੁਆਹ। काहे को लोग ठगे ठग लोगन, लोग गए पर लोग गवाह। दीन दयाल की ठौर जहां, ते ठौर बिखै तोहे ठौर ना है। चेत रे चेत अचेत महा जड़, भेख के कीने अलेख ना पै। हुण मैं दाढ़ी खोल लवां, गातरा पा लिया, अपना चिट्टे कपड़े पा ले, या कुर्ता पजामा, या घुंड सोहना जिहा अपना चुन्नी सोहनी जी लली है, मैं दोवें पासियां दी गल कर रहा, ते मैं कहां कि मैं गुरमुख हो गया क्योंकि मेरा मुंह गुरु वाल है। मैनू नहीं पता लग सकता कि कौन किदे थानी मेरा मालक मैनू समझ लेगा। जिदे थानी वो समझेगा उहदे किरदार ते एक मस्ट है कि वो किधरे जज ते नहीं कर रहा किसी, और किसी ना किसी तरह अगों देखा पिछों देखा तुझ ते कहां छुपावे उन्हें वरत जाना है। लोड़ है कि मैं अचेत क्यों रवां, चेतनता दे विच क्यों ना रवां, जद कि मेरी साचा गहो विचारा ते मैं नाम नू ही फड़ के बह जा। इस थॉट नू हमें सारा मुड़ मुड़ के वही कुछ आई जाएगा कि फूटे घट ज्यों पंज, तो घड़े चों पानी टुटे चों निकल जाना ना रिस रिस के। औद घटा दिनस रहन आ रहे, सारी अवेयरनेस की गल है। मैनू लोड़ है कि मैं बार 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 अवेयरनेस करूं। एनीवन एल्स प्लीज। ਤਾਂ ਹੀ ਗੁਰੂ ਸਾਹਿਬ ਨੇ ਇੱਥੇ ਮੂਰਖ ਅਗਿਆਨਾ ਕਿਹਾ ਤੁਹਾਨੂੰ, ਅਗਿਆਨਾ ਤੂੰ ਕਿਉਂਕਿ ਨਾਲੇ ਅਗਿਆਨੀ ਵੀ ਤੇ ਨਾਲੇ ਮੂਰਖ ਵੀ। ਹਾਂਜੀ ਬਈ ਜਿਸ ਤਰ੍ਹਾਂ ਤੁਸੀਂ ਸਰ ਕਹਿ ਰਹੇ ਕਿ ਦਿਨਸ ਰਹਿਣ ਮਤਲਬ ਸਾਨੂੰ ਪਤਾ ਵੀ ਨਹੀਂ ਲੱਗਦਾ ਦਿਨ ਤੋਂ ਕਿਸ ਵੇਲੇ ਰਾਤ ਹੋ ਜਾਂਦੀ ਹੈ, ਰਾਤ ਤੋਂ ਅਗਲਾ ਦਿਨ ਵੀ ਚੜ ਜਾਂਦਾ। ਤੇ ਜਿਸ ਤਰ੍ਹਾਂ ਘੜਾ ਉਹਦੇ ਵਿੱਚ ਮਾੜੀ ਜਿਹੀ ਤਰੇੜ ਹੋਵੇ, ਸਾਨੂੰ ਪਤਾ ਹੀ ਨਹੀਂ ਹੁੰਦਾ ਜੇ ਤਰੇੜ ਹੈਗੀ, ਲੇਕਿਨ ਪਾਣੀ ਜਿਹੜਾ ਹੈਗਾ ਉਹ ਇੰਨੀ ਹੌਲੀ ਹੌਲੀ ਉਹ ਖਿਸਕਦਾ ਹੈ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਖਤਮ ਹੋ ਗਿਆ। ਸੋ ਉਹ ਮਤਲਬ ਚੀਜ਼ ਨੂੰ ਇਸ ਕਰਕੇ ਉਹਨੂੰ ਕਿਹਾ ਤੂੰ ਉਸਨੂੰ ਪਛਾਣ, ਮਰਨ ਤੂੰ ਪਛਾਣਿਆ ਨਹੀਂ ਵੀ ਇਹ ਤੇਰੀ ਮੌਤ ਹੈ, ਜਿਹੜਾ ਤੂੰ ਤੇਰਾ ਜਿਹੜਾ ਦਿਨ, ਜਿਹੜੀ ਤੇਰੀ ਆਰਜਾ ਜਿਹੜੀ ਘਟ ਰਹੀ ਹੈ, ਜਿਹੜੇ ਤੈਨੂੰ ਸਵਾਸ ਮਿਲੇ ਨੇ ਜਿਹਦੇ ਵਿੱਚ ਤੂੰ ਉਸਦਾ ਕੁਝ ਕਰ ਸਕਦਾ ਸੀ, ਜਿਹਦੇ ਵਿੱਚ ਤੂੰ ਗੁਣ ਗਾ ਸਕਦਾ ਸੀ, ਜਿਹੜਾ ਕੰਮ ਕਰਦਾ ਸਕਦਾ ਸੀ, ਜਿਹੜਾ ਤੈਨੂੰ ਜੀਵਨ ਵਿੱਚ ਕਰਨ ਮਿਲਿਆ, ਉਹਦੀ ਤੈਨੂੰ ਪਛਾਣ ਹੀ ਨਹੀਂ ਆਈ। ਤੂੰ ਉਹਨੂੰ ਪਛਾਣ ਵੀ ਉਹ ਜਿਹੜੀ ਤਰੇੜ ਕਿੱਥੇ ਆਈ ਹੋਈ ਹੈ ਮੇਰੇ ਅੰਦਰ। ਸੋ ਆਈ ਥਿੰਕ ਇਸ ਕਰਕੇ ਉਹਨਾਂ ਨੇ ਇੱਥੇ ਗੁਰੂ ਸਾਹਿਬ ਨੇ ਪਹਿਲੇ ਨੀਚਤਾ ਦੀ ਗੱਲ ਕੀਤੀ, ਉਹਨੇ ਇੱਥੇ ਵੀ ਤੂੰ ਅਗਿਆਨੀ ਹੈ, ਮੂਰਖ ਹੈ, ਪਛਾਣ ਉਸ ਚੀਜ਼ ਨੂੰ। ਪਰ ਦੇਖ ਲਓ ਫਿਰ ਵੀ ਹੋਪ ਦਿੱਤੀ ਹੈ ਤਾਂ ਵੀ ਕਿ ਵੀ ਹਲੇ ਵੀ ਕੁਝ ਨਹੀਂ ਵਿਗੜਿਆ, ਹਲੇ ਵੀ ਜਦ ਤੱਕ ਤੇਰੇ ਕੋਲ ਇੱਕ ਸਵਾਸ ਵੀ ਹੈਗਾ ਤਦ ਤੱਕ ਤੂੰ ਡਿਪਰੈਸ਼ਨ 'ਚ ਨਹੀਂ ਜਾਣ ਦੀ ਲੋੜ ਹੈ। ਉਮੀਦ ਨੂੰ ਛੱਡਣਾ, ਉਹ ਵੀ ਉਹਦੀ ਕਿਰਪਾ, ਜਦੋਂ ਉਹਦੀ ਜਿਵੇਂ ਸਿੱਖਿਆ ਉਹਦੀ ਕਿਰਪਾ ਹੋਈ ਤਾਂ ਇੱਕ ਛਿੰਦ ਦੇ ਵਿੱਚ ਉਹਨੇ ਤੇਰੀ ਕਾਇਆ ਕਲਪ ਕਰ ਦੇਣੀ, ਉਹਦੇ 'ਚ ਕਾਇਆ ਕਲਪ ਹੋ ਸਕਦੀ ਹੈ। ਸੋ ਅੱਛਾ, ਮੈਂ ਕਈ ਵਾਰੀ ਐਵੇਂ ਮੇਰਾ ਦਿਲ ਕਰਦਾ ਵੀ ਜਸਟ ਵੱਜ ਜਾਂਦੀ ਹੈ ਨਾ ਬਾਣੀ। ਹੁਣ ਕਹਿੰਦੇ ਝੂਠੇ ਲਾਲਚ ਤੇ ਵਾਈਸ ਹੈ। ਲੱਭ ਤੇ ਮੇਰਾ ਵਨ ਆਫ ਦਾ ਫਸਟ ਵਾਈਸ ਹੈ ਨਾ, ਮੇਰਾ ਵਿਕਾਰ ਹੈ ਸਭ ਤੋਂ ਵੱਡਾ। ਪਰ ਝੂਠਾ ਲਾਲਚ ਜਿਹੜਾ ਉਹ ਤੇ ਗਲਤ ਹੈ। ਇਹਦਾ ਮਤਲਬ ਜੇ ਸੱਚਾ ਲਾਲਚ ਹੋ ਜਾਏ ਤੇ ਉਹ ਠੀਕ ਹੈ। Not ਕਿ if I contemplate, I can find everything, anything, in everything, anything. Yeah, ਉਹ ਵਾਲਾ ਅਸੀਂ ਜਿੱਥੇ ਵਾਈਸ ਆਂਦਾ ਨਾ, ਅਸੀਂ ਵਿਕਾਰ ਆ ਗਏ, ਅਸੀਂ ਬਸ ਉੱਥੇ ਹੀ ਇੱਕ ਕਾਈਂਡ ਆਫ ਬਲੌਕ, ਵਿਕਾਰ। No, I have to dig in.
ਕੁਡ ਬੀ, ਕਿਉਂਕਿ ਉਹਨੇ ਹੀ ਬਣਾਇਆ ਸਾਰਾ ਕੁਝ। ਹੁਣ ਮੈਂ ਵੀ ਮੇਰਾ ਧਿਆਨ ਝੂਠੇ ਲਾਲਚ ਲੱਗ ਕੇ, ਇਹਦਾ ਮਤਲਬ ਸੱਚਾ ਲਾਲਚ ਜੇ ਲੱਗ ਜਾਏ ਤੇ ਬਿੰਗੋ। Yeah. You know? Right. Beautiful. Oh, ਹਾਂਜੀ। ਨੈਕਸਟ ਹਰਕੇਵਲ ਜੀ ਪਲੀਜ਼। ਜੀ ਵਾਹਿਗੁਰੂ ਜੀ। ਲਓ ਅਗਲੀ ਗੱਲ ਫੇਰ ਆ ਗਈ ਜੀ। ਪਲੰਗ ਮਹਿਲਾ ਨੌਵਾਂ ਜਾਗ ਲੈ ਰੇ ਮਨਾ ਜਾਗ ਲੈ, ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਰਹਾਉ ਮਾਤ ਪਿਤਾ ਸੁਤ ਬੰਦ ਜਨ, ਹਿਤ ਜਾਂਸਿਓ ਕੀਨਾ, ਜਿਉ ਛੂਟਿਓ ਜਬ ਦੇ ਤੇ, ਡਾਰ ਅਗਨ ਮੈਂ ਦੀਨਾ। ਜੀਵਤ ਲੋ ਵਿਵਹਾਰ ਹੈ, ਜਗ ਕੋ ਤੁਮ ਜਾਨੋ, ਨਾਨਕ ਹਰਿ ਗਾਏ ਲੈ, ਸਭ ਸੁਫਨ ਸਮਾਨੋ। ਜੀਵਤ ਲੋ ਵਿਵਹਾਰ ਹੈ, ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ, ਸਭ ਸੁਫਨ ਸਮਾਨੋ। ਵਾਹਿਗੁਰੂ ਜੀ। ਜਾਗ ਲੈ ਰੇ ਮਨਾ ਜਾਗ ਲੈ, ਕਹਾਂ ਗਾਫਲ ਸੋਇਆ। ਐ ਮੇਰੇ ਮਨਾ ਹੋਸ਼ ਕਰ, ਹੋਸ਼ ਕਰ। ਤੂੰ ਸੰਸਾਰਕ ਪਦਾਰਥਾਂ ਦੇ ਮੋਹ ਦੇ ਵਿੱਚ ਲੱਗ ਕੇ ਬੇਫਿਕਰ ਹੋ ਕੇ ਸੁੱਤਾ ਪਿਆ। ਜੋ ਤਨ ਉਪਜਿਆ ਸੰਗ ਹੀ, ਯਾਦ ਰੱਖ ਜਿਹੜਾ ਤੇਰਾ ਤਨ ਸਰੀਰ ਤੈਨੂੰ ਸ਼ੁਰੂ ਤੋਂ ਮਿਲਿਆ, ਤੇਰੇ ਜਨਮ ਵੇਲੇ ਮਿਲਿਆ, ਸੋ ਵੀ ਜਾਣ ਵੇਲੇ ਇਹ ਵੀ ਤੇਰੇ ਸੰਗ ਨਹੀਂ ਜਾਵੇਗਾ। ਮਾਤ ਪਿਤਾ ਸੁਤ ਬੰਧ ਜਨ, ਮਾਤਾ ਪਿਤਾ ਪੁੱਤਰ ਤੇ ਰਿਸ਼ਤੇਦਾਰਾਂ ਦੇ ਵਿੱਚ ਮੈਂ ਹਿਤ ਜਾਂਸਿਓ ਕੀਨਾ, ਮੈਂ ਉਹਨਾਂ ਦੇ ਨਾਲ ਪ੍ਰੇਮ ਪਾਇਆ ਹੈ, ਪਿਆਰ ਕਰਦਾ ਹੈ ਕਿ ਉਹ ਮੇਰੇ ਆਪਣੇ ਆ। ਜਿਉ ਛੋਟਿਓ ਜਬ ਜੇ ਦੇਹ ਤੇ, ਜਦੋਂ ਸੰਸਾਰ ਨਿਰੰਕਾਰੀ ਜੋਤ ਜਦੋਂ ਤੇਰੀ ਦੇਹ ਦੇ ਵਿੱਚੋਂ ਨਿਕਲੀ ਤਾਂ ਉਹਨਾਂ ਨੇ ਤੈਨੂੰ ਜਦੇ ਹੀ ਅੱਗ ਦੇ ਵਿੱਚ ਸੁੱਟ ਦੇਣਾ ਹੈਗਾ। ਜਿਨ੍ਹਾਂ ਨੂੰ ਤੂੰ ਪਿਆਰ ਪਾਈ ਫਿਰਦਾ, ਜਿਨ੍ਹਾਂ ਦੇ ਨਾਲ ਤੂੰ ਮੋਹ ਵਧਾਈ ਫਿਰਦਾ। ਜੀਵਤ ਲੋ ਵਿਵਹਾਰ ਹੈ, ਜਗ ਕੋ ਤੁਮ ਜਾਨੋ। ਇਸ ਜਗ ਨੂੰ ਤੂੰ ਇਸ ਤਰ੍ਹਾਂ ਜਾਣ ਕਿ ਇਹ ਤੇਰੇ ਜਿਉਂਦਿਆਂ ਜਿਉਂਦੇ ਹੀ ਵਿਹਾਰ ਕਰਨ ਯੋਗ ਹੈ। ਨਾਨਕ ਹਰ ਗੁਣ ਗਾਏ ਲੈ, ਇਹ ਨਾਨਕ ਹੈ ਨਾਨਕ ਹਰ ਗੁਣ ਗਾਏ ਲੈ, ਸਭ ਸੁਪਨ। ਇਸ ਸਾਰਾ ਸੰਸਾਰ ਇਸ ਸੁਪਨੇ ਦੇ ਸਮਾਨ ਹੈ। ਸੋ ਤੂੰ ਏਦਾਂ ਕਰ, ਤੂੰ ਪਰਮਾਤਮਾ ਦੇ ਗੁਣ ਗਾਇਆ ਕਰ, ਪਰਮਾਤਮਾ ਦੀ ਸਿਫਤ ਸਲਾਹ ਕੀਤਾ ਕਰਿਆ ਕਰ। ਵਾਹਿਗੁਰੂ ਜੀ। Anyone else? ਇਸ ਸ਼ਬਦ ਜਿਹੜਾ ਨਾ, ਇਹ ਦੋਹਰਾ ਹੈ ਹਰ ਪਾਸੇ, ਡਬਲ ਸਾਈਡਡ। ਇੱਕ ਆਤਮਕ ਮੈਨੂੰ ਲੱਗਦਾ ਹੈ, ਤੇ ਇੱਕ ਦੁਨਿਆਵੀ। ਜੇ ਮੈਂ ਹੁਣ ਜਾਗਣਾ ਕਿੱਥੋਂ ਹੈ? ਮੈਂ ਆਤਮਕ ਸੁਚੇਤਤਾ, ਚੇਤਨਤਾ, ਹੈ ਨਾ। ਫਿਰ ਮੈਂ ਸੁੱਤਾ ਕਿਉਂ ਆ? ਮਤਲਬ ਮੈਂ ਆਪਣੇ ਆਪ ਨੂੰ ਕਦੀ ਵੀ ਗਰਦਾਨਿਆ ਹੀ ਨਹੀਂ ਹੈ। I have never included myself. Am I sleeping? ਸਵਾਲ। ਫਿਰ ਜੋ ਹੁਣ ਇੱਥੇ ਜਾਗਣ ਤੋਂ ਬਾਅਦ ਇਹ ਕਿਉਂ ਕਿਹਾ ਕਿ ਤੇਰਾ ਸਿਰਫ ਤਨ ਹੈ? ਖਿਆਲ ਕਰੀਏ, ਮਤਲਬ ਪਾਤਸ਼ਾਹ ਦੀ ਜਿਹੜੀ ਡੈਪਥ ਆਫ ਥਾਟ ਹੈ,
ਉਹਨੂੰ ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਕਰੀਏ, ਉਹਨੂੰ ਲੱਭਣ ਦੀ ਕੋਸ਼ਿਸ਼ ਕਰੀਏ। ਅਸੀਂ ਪਹੁੰਚ ਤੇ ਨਹੀਂ ਸਕਦੇ ਉੱਥੇ, ਪਰ ਅਸੀਂ ਪ੍ਰੀਟੈਂਡ ਕਰ ਸਕਦੇ ਹਾਂ ਕਾਇੰਡ ਆਫ। ਉਹ ਕਹਿੰਦੇ ਵੀ ਤੂੰ ਜਾਗ। ਕਿੱਥੋਂ ਜਾਗ? ਕਹਾਂ ਗਾਫਲ ਸੋਇਆ, ਮੈਂ ਸੁੱਤਾ ਕਿੱਥੇ ਹੋਇਆ? ਫਿਰ ਮਨ ਨੂੰ ਕਿਹਾ ਤੂੰ ਜਾਗ, ਤੇ ਕਹਿੰਦੇ ਜੋ ਤਨ ਉਪਜਿਆ ਸੰਗੀ ਸੋ ਵੀ ਸੰਗ ਨਾ ਹੋਇਆ। ਕਿ ਜਿਹੜੀ ਗੱਲ ਮੈਨੂੰ ਇਹ ਸਮਝ ਆਈ ਹੈ, ਮੈਂ ਉਹਨੂੰ ਹੋਰ ਚੰਗੀ ਤਰ੍ਹਾਂ ਕੋਖਾਂ, ਮਲ ਓਵਰ ਕਰਾਂ, ਰੈਟਰੋਸਪੈਕਟ ਕਰਾਂ ਕਿ ਮਨ ਮੇਰਾ ਸੋਚਦਾ ਏ ਤੇ ਤਨ ਮੇਰਾ ਕਰਮਾਂਦਾ ਏ। ਤਨ ਮੇਰਾ ਕਰਮ ਕਰਦਾ ਹੈ, ਮਨ ਮੇਰਾ ਸੋਚਦਾ ਹੈ। ਮਨ ਨੂੰ ਪਾਸ਼ਾ ਕਹਿੰਦੇ ਜਾਗ। ਭਈ ਭ੍ਰਮ ਮੈਂ ਸੋਈ ਸਗਲ ਜਗਤ ਧਨ ਆਨੰਦ, ਕੋ ਜਾਗੇ ਵਿਰਲਾ। ਤੇ ਉਹ ਜਿਹੜਾ ਜੇ ਹੁਣ ਕਿਉਂਕਿ ਅੰਦਰ ਦੀ ਗੱਲ ਹੈ, ਤੇ ਕਹਿੰਦੇ ਵੀ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਹੈ। ਉਹ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, श्रवण सोए सुन निंद विचार, रसना सोई लोभ मीठे सा, ते मन सोया माया विस्मार। ਅੱਛਾ ਕਹਿੰਦੇ ਇੱਥੋਂ ਜਾਗ। ਹੁਣ ਮੈਂ ਦੁਨਿਆਵੀ ਤੌਰ ਤੇ ਵੀ ਜਾਗਾ ਤੇ ਆਤਮਕ ਤੇ ਜਾਗਾ ਹੀ ਜਾਗਾ। ਫਿਰ ਹੁਣ ਇਹ ਜਿਹੜਾ ਮਾਤ ਪਿਤਾ ਸੁੱਤ ਬੰਦ ਜਨ ਹਿੱਤ ਜਾਂ ਸਿਓ ਕਿ ਇੱਕ ਤੇ ਮੇਰਾ ਮਾਤ ਪਿਆ ਜਿਹੜਾ ਰੱਬ ਜੀ ਨੇ ਆਪਣਾ ਦੁਨਿਆਵੀ, ਤੇ ਇੱਥੇ ਕਹਿੰਦੇ ਵੀ ਜਿਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਇਹਨਾਂ ਨੇ ਮੈਨੂੰ ਅੱਗ ਚ ਪਾਤਾ। ਮੈਨੂੰ ਅਲਾਓ ਕਰਿਓ ਪਲੀਜ਼ ਸੋਚਣ ਦੇ ਲਈ ਕਿ ਜਦੋਂ ਮੇਰਾ ਇਹਨਾਂ ਤੋਂ ਜੀ ਛੁੱਟ ਗਿਆ ਤੇ ਫਿਰ ਮੈਂ ਇਹਨਾਂ ਨੂੰ ਅੱਗ ਲਾਣਾ। I don't care, I don't bother। ਹੋ ਸਕਦਾ ਹੈ? Can it be? I don't know। ਫਿਰ ਜੀਵਤ ਲੋ ਵਿਵਹਾਰ ਹੈ ਜਾਕੋ ਤੁਮ ਜਾਣੋ। ਹੁਣ ਕਿੱਥੋਂ ਜੀਂਦਾ ਪਿਆ ਮੈਂ? ਜੇ ਮੈਂ ਅਦਰਨੈਸ ਜੀ ਰਿਹਾ ਤੇ ਉਦੋਂ ਤੱਕ ਮੈਂ ਹੈਗਾ, ਜਦੋਂ ਤੱਕ ਮੈਂ ਸਰੀਰਕ ਤੌਰ ਤੇ ਜੀਂਦਾ, ਮੇਰਾ ਸੰਸਾਰ ਹੈਗਾ। ਤੇ ਜਦੋਂ ਮੈਂ ਮਰ ਗਿਆ ਤੇ ਆਪ ਮਰੇ ਜਗ ਪਰ ਲੋ। ਤੇ ਜਦੋਂ ਮੈਂ ਉਧਰ ਜੀ ਗਿਆ, I don't know, I could be wrong, but it seems to me that I cannot ignore the other aspect। I should not, isn't it? ਇਹ ਅਧਿਆਤਮਕ ਤਾਂ ਉਦੋਂ ਹੀ ਬਣ ਜਾਂਦਾ ਜਦੋਂ ਸਰੀਰਕ ਨੂੰ ਮੋਹ ਨੂੰ ਤੋੜਨ ਦੀ ਗੁਰੂ ਸਾਹਿਬ ਕਹਿੰਦੇ ਵੀ ਮੋਹ ਟੁੱਟ ਜਾਵੇ, ਤੁਸੀਂ ਆਪੇ ਨਾਲ ਅਧਿਆਤਮਕ ਦੇ ਵਿੱਚ ਆ ਜਾਂਦੇ ਹੈਗੇ। ਸੋ ਜਿਹੜਾ ਸਰੀਰ ਹੈਗਾ ਉਹ ਤੁਹਾਡੇ ਸਭ ਤੋਂ ਕਰੀਬੀ ਹੈ, ਨਜ਼ਦੀਕ ਹੈ। ਗੁਰੂ ਸਾਹਿਬ ਕਹਿੰਦੇ ਵੀ ਜੇ ਇਹੀ ਤੇਰੇ ਨਾਲ ਨਹੀਂ ਰਹਿਣਾ ਤੇ ਤੇਰੇ ਬਾਕੀ ਦੇ ਜਿਹੜੇ ਸੰਸਾਰਿਕ ਪਦਾਰਥਾਂ ਦੇ ਵਿੱਚ ਤੂੰ ਮੋਹ ਪਾਈ ਫਿਰਦਾ, ਉਹ ਤੇਰੇ ਨਾਲ ਕਿੱਥੇ ਤੱਕ ਤੇਰੇ ਨਾਲ ਚੱਲਣਗੇ। ਸੋ ਕਹਿਣ ਦਾ ਸਮਝਾਉਂਦਾ ਤੇ ਮਨ ਨੂੰ ਆ ਗੱਲ ਤਾਂ ਅਧਿਆਤਮਿਕ ਦੀ ਚੱਲਦੀ ਹੈ, ਲੇਕਿਨ ਸੰਸਾਰਿਕ ਪਦਾਰਥਾਂ ਦੀ ਮਤਲਬ ਉਹਨਾਂ ਨੇ ਐਗਜ਼ਾਮਪਲ ਦੇ ਕੇ ਸਮਝਾਈ। ਹਾਂਜੀ ਨਹੀਂ, ਆਫ ਕੋਰਸ, ਨੋ ਆਈ ਐਮ ਨਾਟ ਡਿਨਾਈਂਗ ਦੈਟ। ਮਨ ਨੂੰ ਸਮਝਾਣਾ ਕੀਤਾ ਹੈ, ਪਰ ਮਨ ਸਿਰਫ ਸੋਚਦਾ ਹੈ। ਆਈ ਹੈਵ ਟੂ ਬੀ ਅਵੇਅਰ ਆਫ ਇਟ। ਮਨ ਸਿਰਫ ਸੋਚ ਸਕਦਾ ਹੈ, ਥਾਟ ਪ੍ਰੋਸੈਸ ਕਰ ਸਕਦਾ ਹੈ, ਸਰੀਰ ਕੋਲੋਂ ਕੰਮ ਕਰਾਂਦਾ ਹੈ। ਐਸਾ ਮਤਲਬ ਹੈ ਬੌਸ ਹੈ ਮੇਰਾ, ਉਹਦੇ ਲਈ ਹੈ। ਉਹਨੂੰ ਕਹਿੰਦੇ ਪੁੱਤਰ ਇਹ ਤੇਰੇ ਨਾਲ ਜਿਹੜਾ ਹੈਗਾ ਨਾ, ਜਿਹਨੂੰ ਤੂੰ ਸਮਝਦਾ ਪਿਆ, ਇਹਨੇ ਤੇਰੇ ਨਾਲ ਨਹੀਂ ਰਹਿਣਾ। ਹੁਣ ਜਦੋਂ ਮੇਰੇ ਕੋਲ ਮੇਰੀ ਜਿਹੜੀ ਕਰਚਿਜ਼ ਨੇ ਉਹ ਨਾ ਰਹਿਣ, ਜਿਨ੍ਹਾਂ ਤੇ ਮੈਂ ਤੁਰਦਾ, ਵਿਸਾਖੀਆਂ ਮੇਰੀਆਂ, ਉਹ ਸੋਚਾਂ ਜਿਨ੍ਹਾਂ ਦੇ ਸਿਰ ਤੇ ਮੈਂ ਆਪਣੇ ਸਰੀਰ ਤੇ ਗੁਮਾਨ ਕਰਦਾ, ਫਿਰ ਕੀ ਕਰਾਂਗਾ? ਸੋ ਮੈਂ ਕੌਣ ਆ? ਮਨ। Is it okay?
मैं कोई कथ तो नहीं कह रहा है जी। जस्ट जस्ट वो कहंदा ना भी न जाने वफा तेरे तगाफुल की खैर हो। आई एग्री दैट यू डोंट इग्नोर, पर है और भी एक चीज मुरब्बत कहें जिसे भाई उधर भी ध्यान दे दे। नेक्स्ट, हर जस रे मना गायल है। ਅਸੀਂ ਟਾਈਮ ਦੀ ਪੰਕਚੁਅਲਿਟੀ ਕਰਨੀ ਹੈ ਜੀ। ਮੈਨੂੰ ਬੜੀਆਂ ਝਾੜਾਂ ਪੈਂਦੀਆਂ ਨੇ ਤੇ ਮੇਰੀ ਪਿੱਠ ਲਾਲ ਹੋਈ ਪਈ ਜੇ। ਸੋ ਕੌਣ ਕਰੇਗਾ? ਵॉलंटियर अमरतेज जी, हरजीत जी, रवदीप जी। हाँ जी, पिछले ਵੀਰ ਜੀ ਥੋੜਾ ਪਿਛਲੇ ਸ਼ਬਦ ਥੋੜਾ ਜਿਹਾ ਮੈਂ ਗੱਲ ਕਰਨੀ ਹੈ ਮਾੜੀ ਜੀ, ਪੋਸੀਬਲ? हाँ जी, करो ना। ਅੱਛਾ, ਹੁਣ ਪ੍ਰੋਬਲਮ ਤੇ ਪਤਾ ਲੱਗ ਗਿਆ ਵੀ ਮਨ ਦੀ ਕੀ ਪ੍ਰੋਬਲਮ ਹੈ। ਹਾਂਜੀ, ਅੱਛਾ, ਤੇ ਗੁਰੂ ਸਾਹਿਬ ਨੇ ਰੈਮਡੀ ਵੀ ਨਾਲ ਦੱਸੀ ਹੋਈ ਹੈ ਵੀ ਤੂੰ ਸਕੇਪ ਕਰ ਸਕਦਾ। ਆਹ ਜਿਹੜੇ ਜੱਬ ਖੜਾਬ ਜਿਹੜੇ ਸਾਰੇ ਪਏ ਨੇ ਜਿਹਦੇ ਵਿੱਚ ਸਟਾਕਿਆਂ ਜੋ ਤੇਰੇ ਨਾਲ ਵਾਪਰਨਾ ਵਾ, ਉਹਦੇ ਗੁਰੂ ਸਾਹਿਬ ਨੇ ਡਿਟੇਲ 'ਚ ਗੱਲ ਕਰ ਦਿੱਤੀ ਆ। ਕਹਿੰਦੇ ਦੇਖ ਤੇਰਾ ਬਚਾਅ ਹੋ ਸਕਦਾ ਵਾ ਤੇ ਤੂੰ ਪਤਾ ਕੀ ਕਰ, ਹਰ ਗੁਣ ਗਾਏ। ਹੁਣ ਇਹ ਵੇਖਣਾ ਕੀ ਮੈਂ ਹਰ ਗੁਣ ਗਾਉਣਾ ਵਾ। ਜੇ ਤੇ ਮੈਂ ਹਰ ਗੁਣ ਗਾਉਣ ਲੱਗ ਗਿਆ ਨਾ ਤੇ ਮੈਂ ਇਹਨਾਂ ਸਾਰਿਆਂ ਤੋਂ escape ਕਰ ਜਾਵਾਂਗਾ। Then I will reach my destiny. Then I will find him. I will live with him. ਤੇ ਹਰ ਗੁਣ ਗਾਏ ਲੈ ਤਬ ਸੁਪਨ ਸਮਾਨੋ। ਬਾਕੀ ਸਾਰਾ ਸੁਪਨਾ ਵਾ ਜਿਹੜਾ ਰਾਤ ਦੇ ਵਿੱਚ ਬੰਦਾ ਨਾ ਸੁਪਨਾ ਆਇਆ ਹੁੰਦਾ ਤੇ ਕਈ ਵਾਰੀ ਤਰਬ ਕੇ ਉੱਠਦਾ ਵਾ ਤੇ ਕਿੱਦਾਂ ਮੁੜ ਕੇ ਹੋਇਆ ਹੁੰਦਾ। ਸਿਮਿਲਰਲੀ ਏਦਾਂ ਹੀ ਮਨੁੱਖ ਸੰਸਾਰ ਦੇ ਵਿੱਚ ਸੁਪਨੇ ਦੇ ਵਿੱਚ ਜੀ ਰਿਹਾ ਵਾ, ਪਰ ਇਹਦਾ ਭਲਾ ਹੋ ਸਕਦਾ ਵਾ ਜੇ ਗੀਤ ਗਾਉਣ ਲੱਗ ਪਏ। ਹੁਣ ਗੁਰੂ ਸਾਹਿਬ ਨੇ ਸਾਰੀ ਬਾਣੀ ਪੋਇਟਰੀ ਦੇ ਵਿੱਚ ਲਿਖੀ ਹੈ, ਪੋਇਟਿਕ ਮੈਸੇਜ ਆ। ਤੇ ਪੋਇਟਰੀ ਆਮ ਕਰਕੇ ਗਾਉਣ ਵਾਸਤੇ ਹੁੰਦੀ ਹੈ। ਚਲੋ ਠੀਕ ਹੈ, ਪੜ੍ਹਨਾ ਸ਼ੁਰੂਆਤ ਆ, ਪਰ ਗਾਉਣਾ ਬੁਲੰਦੀ ਆ। ਜੇ ਮੈਂ ਬਾਣੀ ਨੂੰ ਗਾਉਣ ਲੱਗ ਗਿਆ ਨਾ ਤੇ ਹੋ ਸਕਦਾ ਮੈਂ ਬਿਮਾਰ ਆ, ਮੈਂ ਠੀਕ ਹੋ ਜਾਵਾਂ। ਥੈਂਕ ਯੂ। ਹਾਂਜੀ, Manjeet ji, Bhupinderjeet ji, anyone, Ravdeep ji? The only thing I would add to that is कि I agree कि सारी बानी poetry है and it is beautiful, पर जब कहते हैं गुण गाए ले ते ऐ नहीं कि असी पाठ करते रहिए 24 घंटे ते साडी निर्भर हो जाएगी या कुछ। It is living that life is what I think is even more important. अगर वो ਜਿਹੜੇ ਗੁਣ ਅਸੀਂ ਗਾ ਰਹੇ ਹਾਂ ਅਗਰ ਆਪਣੇ ਵਿੱਚ ਨਹੀਂ ਲਿਆਏ ਤੇ ਫਿਰ ਤੇ ਗਾਣ ਦਾ ਤੇ ਕੋਈ ਫਾਇਦਾ ਨਹੀਂ ਹੋਇਆ। ਹਾਂਜੀ, good to reiterate, we have talked about it in ਸੁਣਿਆ ਦੀਆਂ ਪੌੜੀਆਂ। Thank you very much ਮਨਜੀਤ ਜੀ। ਕਿ ਸੁਣਨਾ/ਪੜ੍ਹਨਾ means nothing. First of all, I have to focus. Second, I have to understand. And most important, I have to understand behind the lines, ਭਾਵ-ਅਰਥ, and lastly, implication. Till I make my life. ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਡਾਈਟ ਦੀਆਂ ਗੱਲਾਂ ਨਹੀਂ ਕਰਦੇ, ਕਿਸੇ ਵੀ ਸਕੂਲ ਆਫ ਥਾਟ 'ਚ ਚਲੇ ਜਾਓ ਡਾਈਟਿੰਗ ਦੇ ਵਿੱਚ, you have to make a part of living. It's the same thing. ਉਹ ਸਰੀਰਕ ਤੌਰ ਤੇ ਹੈ, ਇਹ ਥਾਟ ਪ੍ਰੋਸੈਸ ਦੇ ਲੈਵਲ ਤੇ ਹੈ, ਇਹ ਮਨ ਦੇ ਲੈਵਲ ਤੇ ਹੈ। ਬਾਣੀ ਹੈ ਹੀ ਜਿਉਣ ਲਈ। ਇਹ ਬਾਣੀ ਜੋ ਜਿਉ ਜਾਣੇ ਤਿਸ ਅੰਤਰ ਰਵੈ ਹਰਨਾਮਾ। ਫਿਰ ਸਤਿਗੁਰ ਕੀ ਜਿਸਨੂੰ ਮਤ ਆਵੇ। ਮਤ ਕਿਵੇਂ ਆਏਗੀ? ਜੇ ਆ ਗਈ ਤੇ ਸੋ ਸਤਿਗੁਰ ਮਾਏ ਸਮਾਨਾ। ਥੈਂਕ ਯੂ। ਹਾਂਜੀ, I can do it. ਹਾਂਜੀ, ਥੈਂਕ ਯੂ। ਤਿਲੰਗ ਮਹਿਲਾ ਨੌਵਾਂ, ਹਰ ਜਸ ਰੇ ਮਨਾ ਗਾਏ ਲੈ।
जो संगी है तेरो अवसर बीत्यो जात है कहियो मान ले मेरो रहाओ संपत रथ धन राज सियो अतनेह लगायो काल फांस जब गल परी सब भयो परायो जान बूझ के बावरे तै काज बिगाड़ियो पाप करत सुकच्यो नहीं नह गर्भ निवार्यो जह बिद गुर उपदेशया सो सुन रे भाई नानक कहत पुकार कै गहो प्रभ शरणाई। इथे गुरु जी फिर तू अपने मन बोलन की है मन तू उस प्रभु दा गुणगान कर उसके प्रभु दे उपदेश नू गा हरजस गा जो असली विच तेरे नाल है जो जिस तरह ਅਸੀਂ ਪਿਛਲੇ ਸ਼ਬਦ ਲਈ ਪੜਿਆ ਕਿ ਮਾਤ ਪਿਤਾ ਬੰਦਪ ਇਹ ਸਾਰੇ ਤੇਰੇ ਨਾਲ ਨਹੀਂ ਜਾਣਗੇ ਜੋ ਅਸਲ ਵਿੱਚ ਤੇਰੇ ਨਾਲ ਹੈ ਉਸ ਦਾ ਗੁਣ ਗਾ ਅਵਸਰ ਬੀਤਿਓ ਜਾਤ ਹੈ ਤੇਰੀ ਲਾਈਫ ਆਲਰੇਡੀ ਘਟ ਰਹੀ ਹੈ ਤੇ ਇਹ ਤੇਰਾ ਜਿਹੜਾ ਤੈਨੂੰ ਚਾਂਸ ਮਿਲਿਆ ਹੈ ਉਸ ਦੇ ਗੁਣ ਗਾਣ ਦਾ ਇਹ ਸਲੋਲੀ ਜਾ ਰਿਹਾ ਹੈ ਤੇ ਫਿਰ ਗੁਰੂ ਜੀ ਬੋਲਣ ਕਿ ਤੂੰ ਮੇਰਾ ਕਹਿਣਾ ਮੰਨ ਲੈ ਔਰ ਥੋੜਾ उसਨੂੰ स्ट्रेस करके बोल कि मेरा कहना मन तेरा अवसर बीत जा रहा है फिर दोबारा इस जिंदगी विच अपनी प्रॉपर्टी साडे धन कार सारा राज इस नाल बहुत सारा असी प्यार किया है अत नहीं लगाया और स्ट्रेस करके बोलन कि बहुत ज्यादा उसने असी उसने अटैच्ड हाँ मोह है ते लेकिन जिले लास्ट विच एंड विच मौत आएगी ये सारा दूसरा इन्हां दे मतलब जेडे ओनर हैं बदल जाएंगे सारी संपत प्रॉपर्टी सारे दूसरे लोगों नाल मिल जाएगी असी नाल साडे नाल नहीं जान लगी जान बूझ के बावरे तै काज बिगाड़े। फिर गुरु जी कह रहे हैं कि लेकिन मेरे मन नू पता है कि ये गलत रस्ते ते जा रहा है गलत काम कर रहा है फिर भी ये जान बूझ के जिस तरह ਅਸੀਂ हमेशा बोलते हैं कि मन जानत है हर बात फिर भी दूसरे रस्ते चलता रहता है ते उस तरह ही ਅਸੀਂ अपना काम अपना ਅਸੀਂ ਜਿਹੜਾ काम बिगाड़ रहे हैं ते कोई भी गलत थाट गलत काम करदे ਆਂ ਅਸੀਂ संकोच नहीं करते उस परमात्मा ਦੀ अवेयरनेस नहीं लियाते कोई भी काम करदे कोई भी सोचदे ਆਂ ते ਅਸੀਂ अपना ਜਿਹੜਾ ईगो है जी साडा हौमे है वो असी साडे दूर नहीं जाती उस हौमे विच असी बहुत सारे गलत काम करते रहते हैं। जय बिद गुर उपदेशया सो मन सुन रहे भाई ए भाई जेड़ा गुरु ने उपदेश दिता है जेड़ी उस गुरु दी सिक्ख्या है वो सुन लै वो सुन लै ते नानक पुकार के फिर द्वारा स्ट्रेस देके गुरु जी बोलन कि मैं तेनू पुकार के बोलदा कि तू प्रभु दी शरण में चल जा जिस नाल की तेरा अंत जेड़ा है तेरा फिर अवसर बीते जाता है कहियो मान लो मेरा। थैंक यू। किस तरह ਲਿੰਕ ਕਿੱਦਾਂ ਬਣਾ ਦਿੰਦੇ ਨੇ ਮਾਲਕ ਪਰ ਅਸੀਂ ਇਹਨਾਂ ਨੂੰ ਇੰਡੀਵਿਜੂਅਲੀ ਲੈ ਲੈਂਦੇ ਹਮੇਸ਼ਾ। ਨਾਨਕ ਹਰ ਗੁਣ ਗਾਇ ਲੈ ਪਿਛਲਾ ਸ਼ਬਦ ਸੀ ਅਸੀਂ ਉਹਦੀ ਗੱਲ ਵੀ ਕਰ ਰਹੇ ਸਾਂ ਕਿ ਗੁਣ ਗਾਵਤ ਅਸੀਂ ਬੜੀ ਮਨਜੀਤ ਜੀ ਨੇ ਥਰਸ ਦੇ ਕੇ ਗੱਲ ਕੀਤੀ ਕਿ ਵੀ ਹੈਵ ਟੂ ਗੁਣ ਗਾਣਾ ਇਟ ਡਜ਼ਨਟ ਮੀਨ ਕਿ ਮੈਂ ਸਿੰਗਰ ਹੋਵਾਂ ਕਿ ਨਾ। ਹੁਣ ਜੇ ਮੈਂ ਗੂੰਗਾ ਹੋਵਾਂ ਤੇ ਮੈਂ ਗੁਣ ਗਾ ਸਕਦਾ ਨਾ I have all the rights ਉਹਦੀ ਉਪਮਾ ਕਰਨ ਲਈ ਉਹਦੀ ਉਸਤਤ ਕਰਨ ਲਈ ਉਹ ਕਰ ਸਕਦਾ ਮੈਂ ਪਰ it has to be a part and parcel of my life। ਉਹ ਕਹਿੰਦੇ ਗੁਣ ਗਾਵਤ ਤੇਰੀ ਉਤਰਸ ਮੈਲ ਲੈ। ਸੋ ਬਸ ਲਾਸਟ ਗੱਲ ਕਰੀਏ ਇਹ ਗੁਣ ਗਾਣਾ ਕੀ ਹੈ।
ਕਿੰਨਾ ਨੇ ਪਾਰਟਿਸਿਪੇਟ ਨਹੀਂ ਕੀਤਾ? ਹਰਜੀਤ ਜੀ, ਭੁਪਿੰਦਰਜੀਤ ਜੀ, Manjeet ji is partially doing it. Yes, all three of you, please. Gun gauna ki hai? I think it's just not verbally singing the praises of the Guru and the Bani. It is living the righteous way of life, doing the right deeds, inculcating this as a habit, that we continue to do the right things, and therefore internalizing it, and by that way then we lead a righteous life. हाँ जी, हरजीत जी। गुण गाना ये है कि उसके डोमेन विच रहना, उसकी उस्तत करना, वननेस विच रहना। बाकी ये जड़ा पाप नहीं करना, ये नहीं करना, ये तो यू नो है ही है। बाकी रब दे रस्ते ते चलना, उसनू उस रस्ते ते चलना जो रबी गुणा वाला है। वेरी गुड, थैंक यू। चंगा लगदा। अमरजीत जी, मैं तुहाडे कोल आ रहा। मनजीत जी। Gun gana is to, when we admire somebody or when we think that somebody is so great, we want in physical life and in worldly life, we want to be like them. To me, gun gana is to recognize that and to then try to imbibe all the gun that we think Vaheguru has and to remain within that hukam. Very good. Amarjit ji. Unmute. सॉरी, हर गुण गाय ले मतलब कि ये मन जरा सिर्फ सलाह वाहिगुरु दा करना है, जो कि वो मेरा असली साथी है। ये मन हमेशा सिर्फ सलाह कर, क्योंकि वही नाल जाना है, बाकी कुछ नहीं जाना है, बस सिर्फ उसका गुण गाना है, मतलब सिर्फ सलाह ही कर देना। वेरी गुड, थैंक यू ऑल ऑफ यू। बाणी को पुछिए, पातशाह कहंदे सिफतो सलाह केड़ी है? जिसनो बख्शे सिफत सलाह नानक पातशाही पास। असी बाणी कोलों, बाणी चो लिया करिए जवाब, एग्जाम्पल्स। पातशाह कहंदे ने मनजीत जी तुसां क्या ना कि इट हैज टू बी पार्ट ऑफ अ लाइफ, सिफतो सलाह। लेट अस अंडरस्टैंड फ्रॉम अ चाइल्ड साइकोलॉजी। बच्चा एक छोटा जिहा 5-6 साल दा, and it has happened with us, with all of us, no exceptions. ਤੇ ਅਸੀਂ ਉਹਨੂੰ ਕਹਿੰਦੇ ਆ ਇੱਕ ਦਿਨ, ਓਕੇ ਬੇਟਾ ਤੁਸੀਂ ਡਿਜ਼ਨੀ, ਅਸੀਂ ਪਹਿਲੇ ਉਹਨੂੰ ਡਿਜ਼ਨੀਲੈਂਡ ਦੀ ਇੱਕ ਪਿਕਚਰ ਦਿਖਾਣੇ ਆ ਉਹਦੀ ਇਮੇਜਿਨੇਸ਼ਨ ਚ। ਉਹ ਕਹਿੰਦਾ ਉਹ ਡਿਜ਼ਨੀਲੈਂਡ ਕੀ ਹੈ? ਉਹ ਉੱਥੇ ਰਾਈਡਸ ਹੁੰਦੀਆਂ ਨੇ, ਉਹ ਵੈਰੀ ਇਟਸ ਅ ਫਨ, ਇਹ ਉਹ ਬਲਾ ਬਲਾ। ਤੇ ਹੁਣ ਇਹ ਵੈਕੇਸ਼ਨਸ ਹੋਣਗੀਆਂ ਨਾ, ਅਸੀਂ ਫਿਰ ਡਿਜ਼ਨੀ ਜਾਵਾਂਗੇ। ਉਹਨੂੰ ਬੱਚਾ ਛੋਟਾ ਜਿਹਾ, ਉਹਨੂੰ ਨਹੀਂ ਪਤਾ, ਔਰ ਇਹ ਸਾਡੇ ਕਲਚਰਲ ਆਸਪੈਕਟ ਦਾ ਲਫ਼ਜ਼ ਹੈ, ਜਾਰਗਨ, ਇਸ ਕਰਕੇ ਮੈਂ ਇਹਨੂੰ ਥੋੜਾ ਜਿਹਾ ਇਲੈਬੋਰੇਟਿੰਗਲੀ ਗੱਲ ਕਰ ਰਿਹਾ। ਤੇ ਬੱਚਾ ਹੁਣ ਸਵੇਰੇ ਮਾਂ ਉਹਦੀ ਗੁੱਤ ਕਰਦੀ ਹੈ, ਜੂੜਾ ਕਰਦੀ ਹੈ, ਉਹਨੂੰ ਸਕੂਲ ਲਈ ਤਿਆਰ ਕਰਦੀ ਹੈ। ਕਹਿੰਦਾ ਮੰਮੀ ਅਸੀਂ ਡਿਜ਼ਨੀਲੈਂਡ ਕਦੋਂ ਜਾਵਾਂਗੇ? ਕਹਿੰਦੀ ਬੇਟਾ ਜਦੋਂ ਛੁੱਟੀਆਂ ਹੋਣਗੀਆਂ। ਛੁੱਟੀਆਂ ਕਦੋਂ ਹੋਣਗੀਆਂ? ਉਹ ਕਹਿੰਦੀ ਓਕੇ ਜਦੋਂ ਤੁਸੀਂ, ਹੁਣ ਕਿਉਂਕਿ ਉਹਨੂੰ ਡੇਟਸ ਕੈਲੰਡਰ ਦਾ ਤੇ ਸਮਝ ਨਹੀਂ ਹੈ ਨਾ, ਸੋ ਉਹਦੀ ਆਪਣੀ ਦੁਨੀਆ। ਸੋ ਉਹਨੂੰ ਸਮਝਾਉਂਦੀ ਹੈ ਹਾਊ ਐਵਰ ਕਿ ਵੀ ਇਹ ਫਲਾਣਾ ਹੋਏਗਾ, ਫਿਰ ਤੇਰੀ ਸਕੂਲ ਦੀ ਛੁੱਟੀਆਂ ਹੋਣਗੀਆਂ, ਫਿਰ ਅਸੀਂ ਜਾਵਾਂਗੇ। ਦੁਪਹਿਰੇ ਉਹ ਲੈਣ ਜਾਂਦੀ ਹੈ ਉਹਨੂੰ, ਉਹਦਾ ਮੰਮੀ ਅਸੀਂ ਡਿਜ਼ਨੀਲੈਂਡ ਕਦੋਂ ਜਾਣਾ? ਉਹ ਉੱਠਦਿਆਂ ਬੈਠਦਿਆਂ ਡਿਜ਼ਨੀਲੈਂਡ ਕਰੀ ਜਾਂਦਾ। ਉਹ ਇੱਕ ਵਾਰੀ ਕਹਿੰਦੀ ਤੁਸੀਂ ਐਵੇਂ ਇਹਨੂੰ ਮਗਰ ਪਾ ਲਿਆ, ਇਹ ਉੱਠਦਿਆਂ ਬਹਿੰਦਿਆਂ ਡਿਜ਼ਨੀਲੈਂਡ ਦੇ ਗੁਣ ਗਾਈ ਜਾਂਦਾ। ਆਪਾਂ ਕਹਿੰਦੇ ਆ ਨਾ, ਇਹ ਸਾਡੀ ਜਿਹੜੀ ਟਰਮੀਨੋਲੋਜੀ ਹੈ, ਅਸੀਂ ਉਹਦੇ ਚ ਇਹ ਐਕਸਪ੍ਰੈਸ਼ਨ ਲੈਣੀ ਹੈ ਤੇ ਗੁਣ ਗਾਈ ਜਾਂਦਾ। ਹੁਣ ਪਾਤਸ਼ਾਹ ਕੀ ਕਹਿੰਦੇ ਨੇ ਇਸ ਗੱਲ ਨੂੰ? ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ। ਕਹਿੰਦੇ ਤੂੰ ਉਹਦੀ ਸਿਫਤੋ ਸਲਾਹ ਕਰ।
बोलना भी शक, तू गूंगा है यारो। ते लाइफस्टाइल की बन जाएगा तेरा, कर मन मेरे सत व्यवहार। लाइफस्टाइल निर्मल रसना अमृत पियो, सदा सुहेला। इंपैक्ट की है, कर ले जियो। So on and so forth. निर्मल सनामत पियो। कार सिंह जी कंप्लीट करना यार फटाफट। निर्मल सनामत पियो, सदा सुहेला कर ले जियो। नैनो पेट ठाकुर का रंग। सत्संग बिन से प्रभ संग, यही है ना? कार सिंह प्लीज। उस्तत मन में कर निरंकार, कर मन मरे सदव्यवहार। निर्मल सनामृत पियो, सदा सुहेला कर लो जियो। नैनो पेट ठाकुर का रंग, सदा बिन से सत्संग बिन से सत्संग, चरण चलो हमारा सत्संग बिन से प्रभ संग। कर हर चरण चलो करम हमारा श्रवण हर कथा, पाप श्रवण हर कथा हर दरगाह, वही है ना? सो एनीवे, सो मतलब जे मैं किधरे गुण गाने शुरू कर दिया, हर गुण गाओ मना सतगुर से प्यार, दोवें चीज़ां कट्ठियां ने। ते मेरी मतलब ऑटोमेशन है कि इधर मैं गुण गा रहा, तेरे गुण गावां दे बुझाई। गुण गाण दी इन्नी महत्ता है, राम के गुण गाओ, हलत पलत दोहे, हलत पलत दोहे होए सुहेले। राम के गुण गाओ, हलत पलत दोहे होए सुहेले। सॉरी, मैं बहुत भैड़ी यादाश्त हो गई है, बट कहन तो भाव है कि दिस इज द वे आई हैव टू गुण गाना। ਤੇ ਜਦੋਂ ਪਾਤਸ਼ਾਹ ਕਹਿੰਦੇ ਨੇ ਕਿ ਹਰ ਜਸ ਰੇ ਮਨਾ ਗਾਇਲ, ਇੱਕ ਬੇਵਕੂਫ ਦੀ ਤਰ੍ਹਾਂ, ਇੱਕ ਨੀਚਤਾ ਦੀ ਹੱਦ ਹੋਈ ਵਾਲੇ ਮਨੁੱਖ ਨੂੰ ਕਹਿ ਰਿਹਾ ਪਾਤਸ਼ਾਹ ਕਿ ਕਮਲਿਆ, ਉਹਨੇ ਤੇਰੇ ਨਾਲ ਜਾਣਾ ਹੀ, ਤੂੰ ਗਾ ਲੈ। ਅੱਜ ਇੰਨਾ ਹੀ ਜੀ, ਟਾਈਮ ਸਾਡਾ ਪੂਰਾ ਹੋ ਰਿਹਾ। ਐਨੀ ਕੁਐਸਚਨਸ ਅਸੀਂ ਜਿਹੜੇ ਹੋਇਆ ਕਰਨਗੇ, ਅਸੀਂ ਉਹਨੂੰ ਕੈਰੀ ਫਾਰਵਰਡ ਕਰਾਂਗੇ। ਮੈਂ ਅੱਜ ਕਰੀਮ ਲਗਾ ਕੇ ਆਇਆ ਪਿੱਠ ਤੇ, ਸੋ ਆਮ ਨਾਟ ਰੈਡੀ ਟੂ ਟੇਕ ਮੋਰ। ਬਾਏ। ਸੋ आओ जी समाप्ति करिए जी समाप्ति। सॉरी, हाँ जी। हाँ प्लीज। ਵਾਹਿਗੁਰੂ ਜੀ। ਉਠਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਿਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सब आधारो, जेको खावे जेको पुंचे, तिसका हुए उदारो, ये वस्तु तजी न जाई, नित नित रख उतारो, तम संसार चरण लग तरिए, सब नानक ब्रह्म पसारो। श्लोक महला पंजवा। तेरा कीता जातु नाही, मैनू जो की तोई, मैं निर्गुण यारे को गुण नाही, आपे तरस प्योई, तरस पिया मेहरामत होई, सतगुर सज्जन मिलिया, नानक नाम मिले ता जीवा, तन मन थीवे हरिया। वाहिगुरु 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 जीओ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਭੁੱਲਣਹਾਰ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਫੇਰ ਮਿਲਦੇ ਹਾਂ ਕੱਲ। ਧੰਨਵਾਦ ਸਾਰਿਆਂ ਦਾ।